Hello everyone, good morning. This is Chinu Sharma and welcome to Race Academy Official. So कल मैं कुछ urgent काम ਦੇ ਵਿੱਚ busy ਸੀ इसलिए I wasn't able to take up your current affair class in the morning. So today I'll be talking about 15 and 16 July 2021 current affair. So ਅੱਜ ਮੈਂ ਦੋਨੋਂ ਦਿਨਾਂ ਦੇ current affair compile ਕਰਕੇ ਇੱਕ ਵੀਡੀਓ ਲੈ ਕੇ ਆਈ ਹਾਂ. So ਹੁਣ ਆਪਾਂ start ਕਰਦੇ ਹਾਂ. ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਿਵੇਂ ਆਪਾਂ ਹਮੇਸ਼ਾ ਆਪਣੇ ਹਰ ਦਿਨ ਦੇ ਕਰੰਟ ਅਫੇਅਰ ਸਟਾਰਟ ਕਰਦੇ ਹਾਂ ਉਸ ਦਿਨ ਦੇ ਸਿਗਨੀਫੀਕੈਂਸ ਤੋਂ। ਸੋ ਅੱਜ ਦਾ 16 ਜੁਲਾਈ ਦਾ ਸਿਗਨੀਫੀਕੈਂਸ ਕੀ ਹੈ, ਕੀ ਹਿਸਟੋਰੀਕਲ ਮੇਜਰ ਇਵੈਂਟਸ ਜੁੜੇ ਹੋਏ ਨੇ ਇਸ ਦਿਨ ਦੇ ਨਾਲ। ਸੋ ਪਹਿਲਾ ਇੰਪੋਰਟੈਂਟ ਹਿਸਟੋਰੀਕਲ ਇਵੈਂਟ ਹੈ ਐਟੋਮਿਕ ਬੰਬ ਦੇ ਨਾਲ। 1945 ਦੇ ਵਿੱਚ ਯੂਨਾਈਟਿਡ ਸਟੇਟਸ ਅਮਰੀਕਾ ਨੇ ਪਹਿਲੀ ਵਾਰੀ ਐਟਮ ਬੰਬ ਸੀ ਜਿਹੜਾ ਉਹਨੂੰ ਟੈਸਟ ਕੀਤਾ ਸੀ ਇਸ ਦਿਨ 16 ਜੁਲਾਈ 1945 ਨੂੰ ਮੈਕਸੀਕੋ ਦੇ ਨੇੜੇ। ਤੇ ਉਸ ਤੋਂ ਅਗਲੇ ਹੀ ਮਹੀਨੇ ਯੂਐਸਏ ਨੇ ਉਹ ਐਟਮ ਬੰਬ ਕਿੱਥੇ ਡ੍ਰੌਪ ਕੀਤਾ ਸੀ, ਨਾਗਾਸਾਕੀ ਤੇ ਹੀਰੋਸ਼ੀਮਾ ਜੋ ਕਿ ਜਾਪਾਨ ਦੀਆਂ ਸਿਟੀਜ਼ ਸੀ। ਤੇ ਇਹਦੇ ਨਾਲ ਹੀ ਜਿਹੜਾ ਵਰਲਡ ਵਾਰ ਹੋਇਆ ਸੀਗਾ ਦੂਜਾ ਉਹਦਾ ਐਂਡ ਹੋਇਆ ਸੀ। ਪਹਿਲਾ ਵਰਲਡ ਵਾਰ ਤਾਂ 1914 ਤੋਂ 1918 ਚੱਲਿਆ ਸੀ ਤੇ ਇਹ ਦੂਜਾ ਵਰਲਡ ਵਾਰ ਸੀ ਜਿਹੜਾ ਉਹਦਾ ਐਂਡ ਹੋਇਆ ਸੀ ਅਮਰੀਕਾ ਦੇ ਐਟਮ ਬੰਬ ਦੇ ਨਾਲ ਜਾਪਾਨ ਦੇ ਉੱਤੇ ਅਟੈਕ ਦੇ ਨਾਲ। ਐਗਜ਼ਾਮ ਦੇ ਲਈ ਜਿਹੜੀ ਚੀਜ਼ ਆਪਣੇ ਲਈ ਬਹੁਤ ਜ਼ਰੂਰੀ ਹੈ ਉਹ ਹੈ ਇਹ ਟੈਸਟ ਦਾ ਨਾਮ। ਸੋ ਇਹਦਾ ਨਾਮ ਰੱਖਿਆ ਗਿਆ ਸੀ ਟ੍ਰਾਈਨਿਟੀ ਨਿਊਕਲੀਅਰ ਟੈਸਟ। ਸੋ ਤੁਸੀਂ ਇਹ ਯਾਦ ਰੱਖਣਾ ਹੈ। So 1945, the United States tested the first atomic bomb. This day in 1945 near Alamogordo near New Mexico, and the following month dropped atomic bombs on Hiroshima and Nagasaki in Japan, hastening the end of World War II. So ਇਹ ਸੀ ਆਪਣਾ ਪਹਿਲਾ 16 ਜੁਲਾਈ ਦਾ ਇੰਪੋਰਟੈਂਟ ਇਵੈਂਟ। ਦੂਜਾ ਇੰਪੋਰਟੈਂਟ ਇਵੈਂਟ ਕੀ ਸੀ ਹਿਸਟਰੀ ਦੇ ਵਿੱਚੋਂ 16 ਜੁਲਾਈ 1979 ਦੇ ਵਿੱਚ ਸਦਾਮ ਹੁਸੈਨ ਇਰਾਕ ਦਾ ਪ੍ਰੈਜ਼ੀਡੈਂਟ ਬਣਿਆ ਸੀ ਤੇ ਇਹਦਾ ਰੂਲ ਬਹੁਤ ਹੀ ਜ਼ਿਆਦਾ ਬਰੂਟਲ ਸੀ, ਕਰੂਅਲ ਸੀ, ਇਹ ਲੋਕਾਂ ਨੂੰ ਬਹੁਤ ਤੰਗ ਕਰਦਾ ਸੀ ਤੇ ਇਹਦਾ ਜਿਹੜਾ ਰੂਲ ਸੀ ਐਸ ਪ੍ਰੈਜ਼ੀਡੈਂਟ ਉਹ 24 ਸਾਲ ਤੱਕ ਚੱਲਿਆ ਤੇ ਇਹਨੇ ਬਹੁਤ ਹੀ ਜ਼ਿਆਦਾ ਵਾਰਸ ਕੀਤੀਆਂ, ਲੜਾਈਆਂ ਕੀਤੀਆਂ ਆਪਣੇ ਨੇਬਰਿੰਗ ਕੰਟਰੀਜ਼ ਦੇ ਨਾਲ ਤੇ ਇਰਾਕੀ ਲੋਕਲ ਸੀ ਜਿਹੜੇ ਲੋਕਲ ਪੀਪਲ ਸੀ ਇਰਾਕੀ ਉਹਨਾਂ ਦੇ ਉੱਤੇ ਬਹੁਤ ਅਤਿਆਚਾਰ ਕੀਤਾ, ਇਹਨੇ ਬਹੁਤ ਐਟਰੋਸਿਟੀਜ਼ ਕੀਤੀਆਂ। So 1979 Saddam Hussein became president of Iraq and his brutal rule which lasted 24 years was marked by costly and unsuccessful war. ਇਹ ਜਿੱਤਿਆ ਨਹੀਂ ਲੜਾਈਆਂ, ਬਸ ਖਰਚਾ ਇਹਨੇ ਆਪਣੇ ਦੇਸ਼ ਦੇ ਉੱਤੇ ਜ਼ਿਆਦਾ ਪਾਇਆ ਬਾਰ-ਬਾਰ ਵਾਰਸ ਦੇ ਵਿੱਚ ਖੁਦ ਨੂੰ ਇਨਵੋਲਵ ਕਰਕੇ with neighboring countries as well as atrocities against the Iraqi people. So ਇਹ ਆਪਾਂ ਨੇ ਦੋ ਇੰਪੋਰਟੈਂਟ 16 ਜੁਲਾਈ ਡੇਟ ਦੇ ਨਾਲ ਯਾਦ ਰੱਖਣੇ ਨੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਅੱਜ ਦੇ ਪਹਿਲੇ ਇੰਪੋਰਟੈਂਟ ਕਰੰਟ ਅਫੇਅਰ ਤੋਂ। ਸੋ ਫਰਸਟ ਇਜ਼ ਇਨ ਵਿਚ ਸਟੇਟ ਐਨੂਅਲ ਕਾਵੜ ਯਾਤਰਾ ਟੇਕਸ ਪਲੇਸ ਮੇਨਲੀ। ਸੋ ਕਿਹੜੀ ਇੱਕ ਮੇਨ ਇੰਡੀਆ ਦੀ ਰਾਜ ਹੈ, ਸਟੇਟ ਹੈ ਜਿੱਥੇ ਕਾਵੜ ਯਾਤਰਾ ਹੁੰਦੀ ਹੈ। ਸੋ ਆਪਸ਼ਨ ਏ ਉੱਤਰਾਖੰਡ, ਬੀ ਬਿਹਾਰ, ਸੀ ਜੰਮੂ ਕਸ਼ਮੀਰ ਜਾਂ ਫਿਰ ਡੀ ਨਾਗਾਲੈਂਡ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਏ ਉੱਤਰਾਖੰਡ। ਸੋ ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਆਪਾਂ ਨੇ ਆਉਂਦੇ ਜਾਂਦੇ ਹੋਏ ਇਹ ਜਿਹੜਾ ਟਾਈਮ ਪੀਰੀਅਡ ਚੱਲ ਰਿਹਾ ਜੁਲਾਈ ਦਾ ਮਹੀਨਾ ਬਹੁਤ ਵਾਰੀ ਦੇਖਿਆ ਕਿ ਰਸਤੇ 'ਚ ਆਪਾਂ ਨੂੰ ਏਦਾਂ ਦੇ ਸੈਫਰਨ ਕਲਰ ਦੇ ਕੱਪੜੇ ਪਾਏ ਹੋਏ ਲੋਕ ਦਿਖਦੇ ਨੇ, ਹੱਥਾਂ ਦੇ ਵਿੱਚ ਉਹਨਾਂ ਦੇ ਇਸ ਤਰ੍ਹਾਂ ਦੇ ਪੌਟਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਹੋਲੀ ਵਾਟਰ ਭਰਿਆ ਹੁੰਦਾ ਹੈ। ਸੋ ਜਿਹੜੀ ਕਾਵੜ ਯਾਤਰਾ ਹੈ ਇਹ ਹਿੰਦੂ ਕੈਲੰਡਰ ਮੰਥ ਦੇ ਅਕੋਰਡਿੰਗ ਜਿਹੜਾ ਸਾਉਣ ਦਾ ਮਹੀਨਾ ਹੁੰਦਾ ਹੈ ਉਹਦੇ ਵਿੱਚ ਪਰਫਾਰਮ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੇ ਇਹਦੇ ਫਾਲੋਅਰਸ ਨੇ ਕਾਵੜ ਯਾਤਰਾ ਕਰਦੇ ਨੇ, ਡਿਵੋਟੀਜ਼ ਨੇ, ਉਹ ਸ਼ਿਵ ਜੀ ਨੂੰ ਮੰਨਦੇ ਨੇ ਤੇ ਨਾਲ ਹੀ ਨੰਗੇ ਪੈਰੀ ਉਹ ਗੰਗਾ ਤੇ ਹੋਰ ਜਿੰਨੀਆਂ ਵੀ ਮਤਲਬ ਹਿੰਦੂ ਰਿਲੀਜਨ ਦੇ ਨਾਲ ਰਿਲੇਟਡ ਹੋਲੀ ਰਿਵਰਸ ਨੇ ਜਿਨ੍ਹਾਂ ਨੂੰ ਉਹ ਹੋਲੀ ਮੰਨਦੇ ਨੇ, ਰਿਲੀਜੀਅਸ ਮੰਨਦੇ ਨੇ, ਉਹ ਰਿਵਰਸ ਦੇ ਵਿੱਚੋਂ ਪਾਣੀ ਲੈ ਕੇ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਨੇ। ਸੋ ਜਿਹੜਾ ਪਾਣੀ ਹੈ ਉਹ ਮੇਨ ਜਿਹੜੀਆਂ ਸਾਈਟਸ ਨੇ ਉਹ ਉੱਤਰਾਖੰਡ ਨੇ ਜਿੱਥੇ ਕੀ ਲਿਆ ਜਾਂਦਾ। ਸੋ ਉੱਤਰਾਖੰਡ ਦੀਆਂ ਮੇਨ ਕਿਹੜੀਆਂ ਜਗ੍ਹਾ ਨੇ, ਹਰਿਦੁਆਰ, ਗੌਮੁਖ, ਗੰਗੋਤਰੀ। ਸੋ ਇਹ ਮੇਨ ਸਾਈਟਸ ਦੇ ਵਿੱਚੋਂ ਪਾਣੀ ਲੈ ਕੇ ਇਹ ਅਲੱਗ-ਅਲੱਗ ਜਗ੍ਹਾ ਤੇ ਆਉਂਦੇ ਨੇ, ਅਲੱਗ-ਅਲੱਗ ਮੰਦਿਰਾਂ 'ਚ ਜਾਂਦੇ ਨੇ, ਆਪਣੀ ਜਗ੍ਹਾ ਤੇ ਵਾਪਿਸ ਆਉਂਦੇ ਨੇ। ਸੋ ਇਹ ਪੂਰੇ ਇੰਡੀਆ ਤੋਂ ਲੋਕ ਜਿਹੜੇ ਵੀ ਸ਼ਿਵ ਜੀ ਦੇ ਫਾਲੋਅਰ ਨੇ ਉਹ ਇਸ ਮੰਥ ਦੇ ਵਿੱਚ ਕਾਵੜ ਯਾਤਰਾ ਕਰਦੇ ਨੇ। ਤੇ ਇਹ ਨਿਊਜ਼ ਦੇ ਵਿੱਚ ਕਿਉਂ ਰਹੀ, ਕਿਉਂਕਿ ਉੱਤਰਾਖੰਡ ਸਰਕਾਰ ਨੇ ਕਿਹਾ ਕਿ ਇਸ ਸਾਲ ਕਰੋਨਾ ਨੂੰ ਚੱਲਦੇ ਹੋਏ ਬਿਨਾਂ ਕੋਈ 14 ਦਿਨ ਦੇ ਕੁਆਰੰਟੀਨ ਤੋਂ ਜਾਂ ਫਿਰ ਵੈਕਸੀਨੇਸ਼ਨ ਤੋਂ ਕਾਵੜ ਯਾਤਰਾ ਲਈ ਉੱਤਰਾਖੰਡ ਦੇ ਵਿੱਚ ਨਹੀਂ ਆ ਸਕਦਾ। ਪਰ ਹੁਣ ਇੱਕ ਰੀਸੈਂਟ ਹੋਰ ਨਿਊਜ਼ ਆਈ ਹੈ
कि सरकार ने थोड़ी ਜਿਹੀ ਢਿੱਲ देती ਤੇ ਸ਼ਾਇਦ ਉਹਨਾਂ ਨੇ ਕਿਹਾ ਕਿ ਲਾਸਟ ਜੁਲਾਈ ਦਾ ਜਿਹੜਾ ਹਫਤਾ 25-26 ਜੁਲਾਈ ਤੋਂ ਅਗਸਤ ਦੀ ਸਟਾਰਟਿੰਗ ਤੱਕ ਪਰਫਾਰਮ ਕਰ ਸਕਦੇ ਨੇ। So Kavad Yatra is a pilgrimage organized in the Hindu calendar month of Shravan Sawan. Saffron-clad Shiva devotees generally walk barefoot with pictures ਘੜੇ ਹੁੰਦੇ ਨੇ holy water ਦੇ from Ganga or other holy river. So ਫਿਰ on the second important news ਆਪਣੀ sports ਦੇ ਵਿੱਚੋਂ। ਸੋ ਰੀਸੈਂਟਲੀ ਇੱਕ ਪੁਰਾਣੇ ਕ੍ਰਿਕਟਰ ਸੀ ਜਿਨ੍ਹਾਂ ਦੀ ਕਿ ਡੈਥ ਹੋਈ ਆ ਹਾਰਟ ਅਟੈਕ ਦੇ ਨਾਲ, ਉਹਨਾਂ ਦਾ ਨਾਮ ਸੀ ਯਸ਼ਪਾਲ ਸ਼ਰਮਾ। ਉਹ ਪੰਜਾਬ ਦੀ ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਸੀ? ਸੋ ਕ੍ਰਿਕਟਰ ਯਸ਼ਪਾਲ ਸ਼ਰਮਾ who died recently belong to which city in Punjab? ਆਪਸ਼ਨ A ਸੰਗਰੂਰ, B ਪਟਿਆਲਾ, C ਲੁਧਿਆਣਾ ਜਾਂ D ਜਲੰਧਰ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ C ਲੁਧਿਆਣਾ, ਜਿਹੜਾ ਆਪਣਾ ਇੰਡਸਟਰੀਅਲ ਹੱਬ ਹੈ ਪੰਜਾਬ ਦਾ। ਯਸ਼ਪਾਲ ਸੀ ਜਿਹੜੇ ਇਹ ਪੰਜਾਬ ਵੱਲੋਂ ਖੇਲਦੇ ਸੀ 1970 ਦੇ ਵਿੱਚ, ਤੇ ਇਹਨਾਂ ਨੇ ਜਿਹੜਾ ਵਰਲਡ ਕੱਪ ਹੋਇਆ ਸੀ ਇੰਡੀਆ ਨੇ ਜਿਹੜਾ ਜਿੱਤਿਆ ਸੀ 1983 ਦਾ, ਉਹਦੇ ਵਿੱਚ ਬਹੁਤ ਬ੍ਰਿਲੀਅੰਟਲੀ ਪਰਫਾਰਮ ਕੀਤਾ ਤੇ ਕਪਿਲ ਦੇਵ ਤੋਂ ਬਾਅਦ ਦੂਜੇ ਨੰਬਰ ਦੇ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ, ਰਨ ਸਕੋਰ ਕਰਨ ਵਾਲੇ ਪਲੇਅਰ ਸੀ ਯਸ਼ਪਾਲ ਸ਼ਰਮਾ ਜੀ। ਸੋ ਇਹ ਨੇ ਯਸ਼ਪਾਲ ਸ਼ਰਮਾ ਜੀ। In 1983 World Cup, Yashpal was one of its key architects with second most runs in the team after Kapil Dev. So third is economic offender accused Mehul Choksi has been living in which country since 2018? So ਆਪਾਂ ਬਾਰ-ਬਾਰ ਪੜ੍ਹਦੇ ਰਹਿੰਦੇ ਹਾਂ, ਜਿਵੇਂ ਪਹਿਲਾਂ ਵਿਜੇ ਮਾਲਿਆ ਭਗੌੜਾ ਹੋ ਗਏ ਸੀ, ਇੰਡੀਆ ਦੇ ਵਿੱਚੋਂ ਚਲੇ ਗਏ ਸੀ, ਬਹੁਤ ਸਾਰਾ ਇੰਡੀਆ ਦਾ ਪੈਸਾ ਬੈਂਕਾਂ ਦਾ ਫਰਾਡ ਕਰਕੇ। ਸੋ ਇੱਕ ਹੋਰ ਇਕਨੋਮਿਕ ਅਫੈਂਡਰ ਆਉਂਦੇ ਨੇ, ਇੱਕ ਡਾਇਮੰਡ ਮਰਚੈਂਟ ਨੇ, ਮੇਹੁਲ ਚੌਕਸੀ ਉਹਨਾਂ ਦਾ ਨਾਮ ਹੈ। ਹਜੇ ਕੇਸ ਪ੍ਰੂਵ ਨਹੀਂ ਹੋਇਆ ਉਹਨਾਂ ਦੇ ਉੱਤੇ ਇਕਨੋਮਿਕ ਅਫੈਂਡਰ ਦਾ, ਪਰ ਉਹਨਾਂ ਨੂੰ ਅਕਿਊਜ਼ਡ ਕਰਾਰ ਦਿੱਤਾ ਗਿਆ, ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਤੇ 2018 ਤੋਂ ਉਹ ਇੰਡੀਆ ਦੇ ਵਿੱਚੋਂ ਚਲੇ ਗਏ ਸੀ ਕਿਸੇ ਕੰਟਰੀ ਦੇ ਵਿੱਚ। ਉਹ ਕੰਟਰੀ ਦਾ ਨਾਮ ਕੀ ਹੈ? ਆਪਸ਼ਨ A USA, B ਇਟਲੀ, C ਐਂਟੀਗੁਆ ਐਂਡ ਬਾਰਬੂਡਾ ਜਾਂ D ਜਾਪਾਨ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ C ਐਂਟੀਗੁਆ ਐਂਡ ਬਾਰਬੂਡਾ। ਸੋ ਇਹ ਸੀ ਮੇਹੁਲ ਚੌਕਸੀ ਜਦੋਂ ਇੰਡੀਆ ਦੇ ਵਿੱਚੋਂ ਗਏ ਸੀ, ਤੇ ਹੁਣ ਇਹਨਾਂ ਦੀ ਤੁਸੀਂ ਸਿਚੁਏਸ਼ਨ ਦੇਖ ਸਕਦੇ ਹੋ। ਸੋ ਇਹਨਾਂ ਨੂੰ ਨਿਊਰੋਲੋਜੀ ਨੂੰ ਲੈ ਕੇ ਕਾਫੀ ਸਾਰੀਆਂ ਕੰਪਲਿਕੇਸ਼ਨਸ ਕਹਿ ਰਹੇ ਨੇ ਵੀ ਹੋ ਰਹੀਆਂ ਨੇ, ਤੇ ਜਿਹੜੇ ਇਹ ਡਾਇਮੰਡੇਅਰ ਨੇ ਮੇਹੁਲ ਚੌਕਸੀ, ਇਹ 2018 ਤੋਂ ਹੀ ਇੰਡੀਆ ਨੂੰ ਛੱਡਣ ਤੋਂ ਬਾਅਦ ਉੱਥੇ ਰਹਿ ਰਹੇ ਨੇ, ਤੇ ਹੁਣ ਇਹ ਡੋਮਿਨਿਕਾ ਦੇ ਵਿੱਚੋਂ ਦੁਬਾਰਾ ਤੋਂ ਇਹਨਾਂ ਦੀ ਜਿਹੜੀ ਕਸਟਡੀ ਹੈ ਉਹ ਲਈ ਗਈ ਹੈ। ਤਾਂ ਡੋਮਿਨਿਕਾ ਕੀ ਹੈ? ਇਹ ਐਂਟੀਗੁਆ ਦੇ ਨਾਲ ਲੱਗਦਾ ਹੀ ਇੱਕ ਛੋਟਾ ਜਿਹਾ ਆਈਲੈਂਡ ਕੰਟਰੀ ਹੈ, ਤੇ ਡੋਮਿਨਿਕਾ ਨੇ ਇਹ ਉੱਥੇ ਗਏ ਤੇ ਉੱਥੇ ਇਹਨਾਂ ਨੂੰ ਜਿਹੜੀ ਉੱਥੋਂ ਦੀ ਪੁਲਿਸ ਸੀ ਉਹਨੇ ਆਪਣੀ ਕਸਟਡੀ 'ਚ ਲੈ ਲਿਆ। ਕਿਉਂ? ਕਿਉਂਕਿ ਉਹ ਕਹਿੰਦੇ ਸੀ ਵੀ ਸ਼ਾਇਦ ਇਹ ਇੱਕ ਇਲੀਗਲ ਐਂਟਰੈਂਟ ਨੇ, ਇਲੀਗਲ ਮਾਈਗ੍ਰੈਂਟ ਨੇ, ਇਹਨਾਂ ਦੇ ਕੋਲ ਕੋਈ ਪ੍ਰੋਪਰ ਲੀਗਲ ਕਾਗਜ਼ ਨਹੀਂ ਹੈ ਡੋਮਿਨਿਕਾ 'ਚ ਰਹਿਣ ਦੇ ਲਈ। ਸੋ ਇਹਨਾਂ ਨੂੰ 51 ਦਿਨਾਂ ਦੀ ਕਸਟਡੀ 'ਚ ਰੱਖਿਆ ਗਿਆ ਡੋਮਿਨਿਕਾ ਦੇ ਵਿੱਚ, ਪਰ ਜਿਹੜੇ ਮੇਹੁਲ ਚੌਕਸੀ ਦੇ ਵਕੀਲ ਨੇ ਉਹਨਾਂ ਨੇ ਇਹਨਾਂ ਨੂੰ ਹੁਣ ਛੁਡਵਾ ਲਿਆ ਤੇ ਦੁਬਾਰਾ ਐਂਟੀਗੁਆ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੇ ਕਿਹਾ, ਲਾਇਰਸ ਨੇ ਇੱਕ ਕਲੇਮ ਕੀਤਾ ਕਿ ਜਿਹੜਾ ਡੋਮਿਨਿਕਾ ਦੇ ਵਿੱਚ ਇਹ ਆਏ ਨੇ ਇਹ ਜਾਣ ਕੇ ਲਿਆਂਦੇ ਗਏ ਨੇ, ਇਹ ਕਿਡਨੈਪਿੰਗ ਪਲਾਨ ਕਰਵਾ ਰਹੀ ਹੈ ਇੰਡੀਆ ਦੀ ਗਵਰਨਮੈਂਟ। ਸੋ ਇਹ ਆਪਾਂ ਨੇ ਯਾਦ ਰੱਖਣਾ ਮੇਨ ਫੈਕਟ ਮੇਹੁਲ ਚੌਕਸੀ ਦੇ ਨਾਲ ਰਿਲੇਟਡ। ਤੇ ਮੇਹੁਲ ਚੌਕਸੀ ਨੂੰ ਕਿੰਨੇ ਕਰੋੜ ਰੁਪਏ ਦੇ ਫਰਾਡ ਕੇਸ ਦੇ ਲਈ ਇੰਡੀਆ ਦੇ ਵਿੱਚ ਵਾਂਟਡ ਕਰਾਰਿਆ ਗਿਆ? 13,500 ਕਰੋੜ ਦਾ ਫਰਾਡ ਕੀਤਾ ਇੰਡੀਆ ਦੇ ਬੈਂਕਸ ਦੇ ਵਿੱਚ ਮੇਹੁਲ ਚੌਕਸੀ ਨੇ। ਸੋ ਇੰਨਾ ਪੈਸਾ ਦੇਣਾ ਹੈ ਇੰਡੀਆ ਦਾ ਇਹਨਾਂ ਨੇ। ਸੋ ਫਿਰ ਆਉਂਦੀ ਚੌਥੀ, ਤੇ ਇਹਦੇ ਨਾਲ ਰਿਲੇਟਡ ਹੀ ਆਪਾਂ ਇੱਕ ਦਿਨ ਪਹਿਲਾਂ ਇੰਪੋਰਟੈਂਟ ਕਰੰਟ ਅਫੇਅਰ ਕੀਤਾ ਸੀ। ਸੋ ਸ਼ੇਰ ਬਹਾਦੁਰ ਦਿਊਬਾ became PM of which nation? ਸੋ ਉਰੇ PM ਦਾ ਮਤਲਬ ਹੈ ਪ੍ਰਾਈਮ ਮਿਨਿਸਟਰ। ਸੋ ਇਹ ਨੇ ਸ਼ੇਰ ਬਹਾਦੁਰ ਦਿਊਬਾ ਜੀ, ਇਹ ਕਿਹੜੀ ਕੰਟਰੀ ਦੇ ਹੁਣੇ ਪ੍ਰਾਈਮ ਮਿਨਿਸਟਰ ਬਣੇ ਨੇ? ਸੋ ਆਪਸ਼ਨ A ਹੈ ਮਲੇਸ਼ੀਆ, B ਸਿੰਗਾਪੁਰ, C ਭੂਟਾਨ ਜਾਂ D ਨੇਪਾਲ। ਸੋ ਇਹ ਬਣੇ ਨੇ ਨੇਪਾਲ ਦੇ ਨਵੇਂ ਪ੍ਰਾਈਮ ਮਿਨਿਸਟਰ। ਸੋ ਪ੍ਰੈਜ਼ੀਡੈਂਟ ਕੌਣ ਨੇ ਨੇਪਾਲ ਦੇ? ਇਹ ਵੀ ਨਾਮ ਬਹੁਤ ਇੰਪੋਰਟੈਂਟ ਹੈ ਯਾਦ ਰੱਖਣਾ, ਕਿਉਂਕਿ ਬਹੁਤ ਟਾਈਮ ਤੋਂ ਨੇਪਾਲ ਕੰਟਰੀ ਨਿਊਜ਼ ਦੇ ਵਿੱਚ ਚੱਲ ਰਹੀ ਹੈ। ਸੋ ਇਹਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟ ਨੇ ਉਹ ਆਪਾਂ ਨੂੰ ਸਾਰੇ ਯਾਦ ਹੋਣੇ ਚਾਹੀਦੇ ਨੇ। ਸੋ ਨੇਪਾਲ ਦੇ ਨਵੇਂ PM ਆਪਣੇ ਸ਼ੇਰ ਬਹਾਦੁਰ ਦਿਊਬਾ ਜੀ। ਫਿਰ ਪ੍ਰੈਜ਼ੀਡੈਂਟ ਕੌਣ ਸੀ? ਵਿਦਿਆ ਦੇਵੀ ਭੰਡਾਰੀ, ਇਹ ਨੇ ਪ੍ਰੈਜ਼ੀਡੈਂਟ।
ਤੇ ਇਹਨਾਂ ਨੇ ਜਿਹੜੀ ਓਪੋਜੀਸ਼ਨ ਪਾਰਟੀ ਸੀ ਉਹਦੇ ਵਿੱਚੋਂ ਹੀ ਪ੍ਰਾਈਮ ਮਿਨਿਸਟਰ ਚੁਣਿਆ। ਆਰਟੀਕਲ 76 ਕਲੌਜ਼ 5 ਹੈ ਜਿਹੜਾ ਨੇਪਾਲ ਦੇ ਸੰਵਿਧਾਨ ਦਾ, ਉਹਦੇ ਮੁਤਾਬਿਕ। ਸੋ ਇਹਨਾਂ ਨੇ ਸ਼ਪਥ ਲਈ ਹੈ। ਤੇ ਜਿਹੜੇ ਇਹ 75 ਸਾਲ ਦੇ ਪੋਲੀਟੀਸ਼ੀਅਨ ਨੇ, ਇਹਨਾਂ ਨੂੰ ਸੁਪਰੀਮ ਕੋਰਟ ਸੀ ਜਿਹੜੀ ਨੇਪਾਲ ਦੀ, ਉਹਨੇ ਕਿਹਾ ਸੀ ਪ੍ਰੈਜ਼ੀਡੈਂਟ ਨੂੰ ਕਿ ਇਹਨੂੰ ਅਪਾਇੰਟ ਕਰੋ। ਤੇ ਕਿਹਨੂੰ ਰਿਪਲੇਸ ਕੀਤਾ? ਇਹ ਨਾਮ ਬਹੁਤ ਇੰਪੋਰਟੈਂਟ ਹੈ ਤੇ ਇਹੀ ਆਪਾਂ ਨੇ ਆਪਣੇ ਪਿਛਲੇ ਕਰੰਟ ਅਫੇਅਰ 'ਚ ਕੀਤਾ ਸੀ ਕਿ ਨੇਪਾਲ ਦੇ ਕਿਹੜੇ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਹਟਾ ਦਿੱਤਾ ਗਿਆ। ਸੋ ਉਹ ਸੀ KP ਸ਼ਰਮਾ ਓਲੀ ਜੀ। ਸੋ ਇਹਨਾਂ ਨੇ ਜਿਹੜਾ ਕੌਨਫੀਡੈਂਸ ਹੁੰਦਾ ਉਹ ਖੋ ਲਿਆ ਨੇਪਾਲ ਦੀ ਪਾਰਲੀਮੈਂਟ ਦੇ ਵਿੱਚ। ਸੋ ਇਹਨਾਂ ਨੂੰ ਰਿਪਲੇਸ ਕਰਕੇ ਨਵੇਂ ਪ੍ਰਾਈਮ ਮਿਨਿਸਟਰ ਬਣਾਤੇ ਸ਼ੇਰ ਬਹਾਦੁਰ ਦਿਊਬਾ। ਸੋ ਫਿਰ ਹੈ ਨੇਮ ਦ ਬਿਗ ਬਿਜ਼ਨਸ ਗਰੁੱਪ that has recently taken over the management of Mumbai International Airport। ਸੋ ਜਿਹੜਾ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ 에ਅਰਪੋਰਟ ਹੈ ਮੁੰਬਈ ਦਾ, ਉਹਦੀ ਪੂਰੀ ਮੈਨੇਜਮੈਂਟ ਨੂੰ ਇੱਕ ਨਵੀਂ ਕੰਪਨੀ ਨੂੰ ਦੇ ਦਿੱਤੀ ਗਈ ਹੈ, ਉਹਦਾ ਪੂਰਾ ਇਨਫਰਾਸਟ੍ਰਕਚਰ ਵਗੈਰਾ ਜਿਹੜਾ ਉਹਨੂੰ ਦੇਖਣ ਦੇ ਲਈ। ਸੋ ਉਹ ਕੰਪਨੀ ਕਿਹੜੀ ਹੈ? ਆਪਸ਼ਨ A ਅੰਬਾਨੀ, B ਅਦਾਨੀ, C ਟਾਟਾ ਜਾਂ D ਬਿਰਲਾ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ B ਅਦਾਨੀ। ਸੋ ਅਦਾਨੀ ਗਰੁੱਪ ਨੇ ਸਾਰੀ ਮੈਨੇਜਮੈਂਟ ਕੰਟਰੋਲ 에ਅਰਪੋਰਟ ਦਾ GVK ਗਰੁੱਪ ਤੋਂ ਲਿਆ। ਸੋ ਪਹਿਲਾਂ ਸੀ GVK ਗਰੁੱਪ ਕੋਲ, ਹੁਣ ਹੈ ਅਦਾਨੀਆਂ ਦੇ ਕੋਲ। ਤੇ ਇਹਦੇ ਨਾਲ ਹੀ ਜਿਹੜੀ ਮੈਨੇਜਮੈਂਟ ਲਈ ਹੈ, ਇਹਦੇ ਨਾਲ ਹੀ ਇੰਡੀਆ ਦੀ ਸਭ ਤੋਂ ਵੱਡੀ 에ਅਰਪੋਰਟ ਇੰਫਰਾਸਟ੍ਰਕਚਰ ਦੀ ਕੰਪਨੀ ਅਦਾਨੀ ਗਰੁੱਪ ਬਣ ਗਈ। ਸੋ ਦੋ ਕੁਐਸਚਨ ਆਪਣੇ ਤਿਆਰ ਹੋ ਜਾਂਦੇ ਨੇ। ਲੈਟ ਨੇਮ ਦ ਕੰਟਰੀਜ਼ ਲਾਰਜੈਸਟ 에ਅਰਪੋਰਟ ਇੰਫਰਾਸਟ੍ਰਕਚਰ ਕੰਪਨੀ। ਸੋ ਰਾਈਟ ਆਂਸਰ ਇਜ਼ ਅਦਾਨੀ ਗਰੁੱਪ। ਤੇ ਅਦਾਨੀ ਦੇ ਚੇਅਰਮੈਨ ਤੇ ਫਾਊਂਡਰ ਕੌਣ ਨੇ? ਮਿਸਟਰ ਗੌਤਮ ਅਦਾਨੀ। ਸੋ ਇਹ ਨਾਮ ਵੀ ਆਪਾਂ ਨੇ ਨਾਲ ਹੀ ਯਾਦ ਰੱਖਣਾ ਹੈ। 6th is S&P Investment Rating Agency is based in which country? So S&P ਦੀ full form ਹੈ Standard and Poor। ਸੋ ਇੱਕ ਇਨਵੈਸਟਮੈਂਟ ਨੂੰ ਲੈ ਕੇ, ਜਿਵੇਂ ਸਟਾਕਸ ਨੇ, ਸ਼ੇਅਰਸ ਨੂੰ ਲੈ ਕੇ, ਉਹਨਾਂ ਨੂੰ ਲੈ ਕੇ ਅਲੱਗ-ਅਲੱਗ ਕੰਪਨੀਆਂ ਦਾ ਇੱਕ ਇੰਡੈਕਸ ਕੱਢਦੀ ਹੈ, ਡੇਟਾ ਕੱਢਦੀ ਹੈ ਕਿ ਕਿਹੜੀ ਕੰਪਨੀ ਉੱਪਰ ਚੱਲ ਰਹੀ ਹੈ, ਕਿਹਦੇ ਕੋਲ ਕਿੰਨੇ ਸ਼ੇਅਰ ਨੇ। ਸੋ ਇਹ ਜਿਹੜਾ S&P ਹੈ, ਇਹ ਗਲੋਬਲ ਵਰਲਡ ਲੈਵਲ ਦੀ ਬਹੁਤ ਵੱਡੀ ਇਨਵੈਸਟਮੈਂਟ ਕੰਪਨੀ ਹੈ। ਤੇ ਇਹ ਕਿੱਥੇ ਹੈ, ਕਿਹੜੀ ਕੰਟਰੀ ਦੇ ਵਿੱਚ ਬੇਸਡ ਹੈ, ਇਹ ਆਪਣਾ ਕੁਐਸਚਨ ਹੈ। ਆਪਸ਼ਨ A UK, B USA, C France ਜਾਂ D ਚਾਈਨਾ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ B USA। So the Standard and Poor's 500 or simply the S&P 500 is a stock market index comprised of 500 large companies listed on stock exchange in United States America। ਤੇ ਇਹ ਕਦੋਂ ਫਾਊਂਡ ਕੀਤੀ ਗਈ? S&P ਬਣਿਆ ਕਦੋਂ? ਇਹ 4 ਮਾਰਚ 1957 ਦੇ ਵਿੱਚ ਫਾਊਂਡ ਕੀਤੀ ਗਈ। ਤੇ ਹੁਣ ਉਹਦੇ ਨਾਲ ਹੀ ਆਪਾਂ ਇੰਡੀਆ ਬਾਰੇ ਵੀ ਗੱਲ ਕਰ ਲੈਂਦੇ ਹਾਂ। ਸੋ ਇੰਡੀਆ ਦੀ ਜਿਹੜੀ ਸਭ ਤੋਂ ਵੱਡੀ ਸਟਾਕ ਐਕਸਚੇਂਜ ਹੈ, ਜਿਹਦੇ ਵਿੱਚ ਸ਼ੇਅਰਸ ਵਗੈਰਾ ਦੇ ਸਾਰਾ ਇੰਡੈਕਸ ਨਿਕਲਦਾ ਹੈ, ਉਹ ਹੈ NSE, ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਿਟਿਡ। ਤੇ ਇਹਦੇ ਹੈਡਕੁਆਰਟਰਸ ਕਿੱਥੇ ਨੇ? ਇਹਦਾ ਮੇਨ ਬ੍ਰਾਂਚ ਕਿੱਥੇ ਹੈ? ਮੁੰਬਈ, ਮਹਾਰਾਸ਼ਟਰ। So 7th question ਹੈ India's Bheem UPI app has been launched recently in which country? ਸੋ ਤੁਹਾਨੂੰ ਪਤਾ ਹੈ ਜਿਹੜਾ ਆਪਾਂ ਭੀਮ UPI ਇੱਕ ਐਪ ਯੂਜ਼ ਕਰਦੇ ਹਾਂ, ਜਿਹਦੇ ਥਰੂ ਆਪਾਂ ਬੈਂਕਿੰਗ ਦੀਆਂ ਆਨਲਾਈਨ ਸਾਰੀਆਂ ਟ੍ਰਾਂਜੈਕਸ਼ਨ ਕਰਦੇ ਹਾਂ, ਆਪਾਂ ਨੂੰ ਇੱਕ ਯੂਨੀਫਾਈਡ ਪੇਮੈਂਟ ਇੰਟਰਫੇਸ ਮਿਲਦਾ ਜਿਹਨੂੰ ਆਪਾਂ UPI ਕਹਿੰਦੇ ਹਾਂ। ਉਹ ਆਪਾਂ ਕਿਸੇ ਦੇ ਨਾਲ ਵੀ ਐਕਸਚੇਂਜ ਕਰਕੇ ਪੈਸੇ ਭੇਜ ਵੀ ਸਕਦੇ ਹਾਂ, ਪੈਸੇ ਲੈ ਵੀ ਸਕਦੇ ਹਾਂ। ਸੋ ਸਿੰਪਲੀ ਇੱਕ ਮੋਬਾਈਲ ਐਪ ਦੇ ਥਰੂ ਸਾਰੀਆਂ ਪੇਮੈਂਟ ਟ੍ਰਾਂਜੈਕਸ਼ਨ ਆਪਾਂ ਕਰ ਸਕਦੇ ਹਾਂ। ਸੋ ਇੰਡੀਆ ਦਾ ਜਿਹੜਾ ਐਪ ਹੈ, ਇਹ ਹੁਣੀ ਇੱਕ ਹੋਰ ਕੰਟਰੀ ਦੇ ਵਿੱਚ ਲਾਂਚ ਕੀਤਾ ਗਿਆ। ਸੋ ਇਹ ਕੰਟਰੀ ਦਾ ਨਾਮ ਕੀ ਹੈ? ਆਪਸ਼ਨ A ਭੂਟਾਨ, B ਜਾਪਾਨ, C ਬਰਮਾ ਜਾਂ D ਦੁਬਈ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ A ਭੂਟਾਨ। So Bhutan has become the first country to adopt India's unified payment interface standard for its quick response QR code। So ਤੁਸੀਂ QR ਦੀ full form ਵੀ ਯਾਦ ਰੱਖ ਲਓ, ਕਿਉਂਕਿ ਕਈ ਵਾਰੀ ਜਿਹੜਾ ਕੰਪਿਊਟਰ ਅਵੇਅਰਨੈਸ ਦਾ ਸਿਲੇਬਸ ਹੈ ਸਾਰੇ ਪੇਪਰਾਂ 'ਚ, ਉਹਦੇ 'ਚ ਇਦਾਂ ਦੀਆਂ ਛੋਟੀਆਂ ਟਰਮਸ ਦੀ ਵੀ ਐਬਰੀਵੀਏਸ਼ਨ ਫੁੱਲ ਫਾਰਮ ਪੁੱਛੀ ਜਾਂਦੀ ਹੈ। ਸੋ UPI ਤੇ QR, ਇਸ ਕੁਐਸਚਨ ਦੇ ਵਿੱਚੋਂ ਇਹ ਦੋ ਚੀਜ਼ਾਂ ਦੀ ਫੁੱਲ ਫਾਰਮ ਤੁਹਾਨੂੰ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਤੇ ਨਾਲ ਹੀ ਭੀਮ ਕੀ ਹੈ, ਉਹਦੀ ਫੁੱਲ ਫਾਰਮ ਵੀ। ਸੋ ਇਹ ਇੱਕ ਕੁਐਸਚਨ ਦੇ ਵਿੱਚੋਂ ਥੋੜੇ 4-5 ਕੁਐਸਚਨ ਤਿਆਰ ਹੋ ਜਾਂਦੇ ਨੇ। ਸੋ ਭਾਰਤ ਇੰਟਰਫੇਸ ਫॉर ਮਨੀ, ਇਹ ਹੈ ਭੀਮ, ਇੰਡੀਆ ਦੀ ਡਿਜੀਟਲ ਪੇਮੈਂਟ ਐਪ ਹੈ, ਐਪਲੀਕੇਸ਼ਨ ਹੈ, UPI ਦੇ ਥਰੂ ਵਰਕ ਕਰਦੀ ਹੈ।
ਇੱਕ ਸਿੰਗਲ ਬੈਂਕ ਤੋਂ ਆਪਾਂ ਬਹੁਤ ਸਾਰੇ ਮਲਟੀਪਲ ਬੈਂਕ ਅਕਾਊਂਟਸ ਦੇ ਵਿੱਚ ਟ੍ਰਾਂਜੈਕਸ਼ਨ ਕਰ ਸਕਦੇ ਹਾਂ। ਤੇ ਇਹ ਡਿਵੈਲਪ ਕਿਨੇ ਕੀਤੀ ਹੈ, ਇਹ ਬਣਾਈ ਕਿਨੇ ਹੈ, ਇਹ ਬਣਾਈ ਹੈ NPCI, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ। ਇਹ ਨਾਮ ਵੀ ਯਾਦ ਰੱਖਣਾ ਹੈ। ਤੇ ਨਾਲ ਹੀ ਇੰਪੋਰਟੈਂਟ ਫੈਕਟ ਆਉਂਦਾ ਵੀ ਇਹ ਲਾਂਚ ਕਦੋਂ ਹੋਈ, ਇੰਡੀਆ 'ਚ ਇਹਨੂੰ ਕਦੋਂ ਲਿਆਂਦਾ ਗਿਆ। ਸੋ ਦਸੰਬਰ 2016 ਦੇ ਵਿੱਚ ਇਹ ਇੰਡੀਆ 'ਚ ਲਾਂਚ ਹੋਈ। ਫਿਰ ਹੈ 8ਵਾਂ ਕੁਐਸਚਨ, ਹੂ ਇਜ਼ ਇੰਡੀਆਜ਼ EAM। ਇਹ ਬਹੁਤ ਵਾਰੀ ਪਿਛਲੇ ਇੱਕ ਹਫ਼ਤੇ ਤੋਂ ਨਿਊਜ਼ ਦੇ ਵਿੱਚ ਚੱਲ ਰਹੀ ਹੈ। ਇਹ ਪਰਸਨੈਲਿਟੀ, ਇਹ ਮਿਨਿਸਟਰ ਵੀ ਨਿਊਜ਼ 'ਚ ਚੱਲ ਰਹੇ ਨੇ। ਸੋ EAM ਪਹਿਲਾਂ ਦੇਖਦੇ ਹਾਂ। EAM ਦਾ ਮਤਲਬ ਹੈ ਐਕਸਟਰਨਲ ਅਫੇਅਰ ਮਿਨਿਸਟਰ। ਐਕਸਟਰਨਲ ਅਫੇਅਰ ਮੀਨਸ ਜਿਹੜਾ ਆਪਣੇ ਦੇਸ਼ ਨੂੰ ਫੋਰਨ ਦੀਆਂ ਕੰਟਰੀਜ਼ ਦੇ ਨਾਲ ਰੈਪਰੈਜ਼ੈਂਟ ਕਰਦਾ ਹੈ, ਸਾਰਾ ਕੰਮ ਦੇਖਦਾ ਹੈ ਕਿ ਜਿੰਨਾ ਵੀ ਐਕਸਟਰਨਲ ਅਫੇਅਰ ਦਾ ਫੋਰਨ ਮਿਨਿਸਟਰੀ ਦਾ ਕੰਮ ਹੋਣਾ ਹੈ ਉਹ ਕਿਵੇਂ ਹੋਣਾ ਹੈ। ਸੋ ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰ ਕੌਣ ਨੇ? ਆਪਸ਼ਨ A ਨਿਰਮਲਾ ਸੀਤਾਰਮਨ, B ਡਾਕਟਰ ਹਰਸ਼ਵਰਧਨ, C S ਜੈਸ਼ੰਕਰ ਜਾਂ D ਪਿਊਸ਼ ਗੋਇਲ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ C S ਜੈਸ਼ੰਕਰ। ਤੇ ਤੁਸੀਂ ਇਸ ਪਿਕਚਰ ਵਿੱਚ ਦੇਖ ਸਕਦੇ ਹੋ ਇਹ ਨੇ S ਜੈਸ਼ੰਕਰ ਜੀ। ਤੇ ਰੀਸੈਂਟਲੀ ਇਹ ਅਫਗਾਨਿਸਤਾਨ ਦੇ ਵਿੱਚ ਇੱਕ ਜਿਹੜੀ ਅਫਗਾਨਿਸਤਾਨ ਦੀ ਕੈਪੀਟਲ ਹੈ ਦੁਸ਼ਾਂਬੇ, ਉੱਥੇ ਜਿਹੜੀ SCO ਕਾਰਪੋਰੇਸ਼ਨ ਹੈ, ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ, ਜਿਹੜੀ ਕਿ ਆਪਣੀ ਇੱਕ ਗਲੋਬਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਉਹਦੇ ਜਿਹੜੀ ਆਰਗੇਨਾਈਜੇਸ਼ਨ ਦੇ ਮੈਂਬਰ ਕੰਟਰੀਜ਼ ਨੇ ਉਹਨਾਂ ਦੇ ਫੋਰਨ ਮਿਨਿਸਟਰਸ ਦੀ ਇੱਕ ਮੀਟਿੰਗ ਹੋਈ ਸੀ ਅਫਗਾਨਿਸਤਾਨ ਦੇ ਵਿੱਚ। ਤੇ ਜਿਹੜੀ ਇਹ ਮੀਟਿੰਗ ਹੈ ਇਹਦੇ ਲਈ 2 ਦਿਨ ਦੇ ਲਈ ਇੰਡੀਆ ਦੇ ਵਿੱਚੋਂ ਐਕਸਟਰਨਲ ਅਫੇਅਰ ਮਿਨਿਸਟਰ ਜੈਸ਼ੰਕਰ ਜੀ ਉੱਥੇ ਗਏ। ਤੇ ਉਹਨਾਂ ਨੇ ਉੱਥੇ ਜਾ ਕੇ ਜਿਹੜੇ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਨੇ ਮੁਹੰਮਦ ਹਨੀਫ ਅਤਮਰ, ਇਹ ਨੇ ਮੁਹੰਮਦ ਹਨੀਫ ਅਤਮਰ ਜੀ, ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਇਹਨਾਂ ਦੇ ਨਾਲ ਇੰਡੀਆ ਤੇ ਅਫਗਾਨਿਸਤਾਨ ਦੇ ਰਿਲੇਸ਼ਨਸ ਨੂੰ ਲੈ ਕੇ ਬਹੁਤ ਇੰਪੋਰਟੈਂਟ ਡਿਸੀਜਨ ਲਏ। So Jaishankar arrived recently in the Tajikistan capital. So उरे अपना एक important question geography ਦਾ ਤਿਆਰ ਹੋ ਜਾਂਦਾ ਹੈ ਕਿ what is the Tajikistan's capital? So Tajikistan ਦੀ capital ਕੀ ਹੈ? Dushanbe. For a 2-day visit to attend meetings of SCO Council of Foreign Minister and SCO Contact Group on Afghanistan. 9th is LAC stands for LAC. ਇਹਦੀ ਫੁੱਲ ਫਾਰਮ ਕੀ ਹੈ? ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟਲੀ ਇਸ ਟਾਈਮ ਕਰੰਟ ਅਫੇਅਰ ਦੇ ਵਿੱਚ ਬਾਰ-ਬਾਰ ਨਿਊਜ਼ ਆ ਰਹੀ ਹੈ LAC ਨੂੰ ਲੈ ਕੇ। ਸੋ ਇਹਦੀ ਫੁੱਲ ਫਾਰਮ ਹੈ ਲਾਈਨ ਆਫ ਐਕਚੁਅਲ ਕੰਟਰੋਲ, ਆਪਸ਼ਨ A। ਸੋ ਹੁਣੀ ਮੈਂ ਤੁਹਾਨੂੰ ਦੱਸਿਆ ਪਿਛਲੀ ਨਿਊਜ਼ ਦੇ ਵਿੱਚ ਹੀ ਕਿ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਇਹ S ਜੈਸ਼ੰਕਰ ਜੀ, ਇਹ SCO ਕਾਰਪੋਰੇਸ਼ਨ ਦੀ ਜਿਹੜੀ ਮੀਟਿੰਗ ਸੀ ਉਹਦੇ ਲਈ ਅਫਗਾਨਿਸਤਾਨ ਗਏ। ਸੋ SCO ਦਾ ਹਿੱਸਾ ਚਾਈਨਾ ਵੀ ਹੈ, ਸੋ ਉੱਥੇ ਚਾਈਨਾ ਦੇ ਮਿਨਿਸਟਰ ਵੀ ਆਏ। ਸੋ ਉੱਥੇ ਉਹਨਾਂ ਨੇ ਜਿਹੜੇ ਚਾਈਨਾ ਦੇ ਫੋਰਨ ਮਿਨਿਸਟਰ ਨੇ ਉਹਨਾਂ ਦੇ ਨਾਲ ਇੰਪੋਰਟੈਂਟ ਗੱਲਬਾਤ ਕੀਤੀ ਆਪਣੇ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ। ਸੋ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਰੇ ਬਾਰ-ਬਾਰ ਪਹਿਲਾਂ ਬਹੁਤ ਪਿਛਲੇ ਸਾਲ ਤੁਸੀਂ ਦੇਖ ਸਕਦੇ ਆ ਕਿ ਚਾਈਨਾ ਇੰਟਰਫੇਅਰ ਕਰ ਰਿਹਾ ਸੀ, ਗੜਬੜ ਕਰ ਰਿਹਾ ਸੀ, ਲੜਾਈਆਂ ਲੜ ਰਿਹਾ ਸੀ, ਆਪਣੇ ਬਹੁਤ ਸਾਰੇ ਜਵਾਨ ਸ਼ਹੀਦ ਵੀ ਹੋਏ। ਸੋ ਹੁਣ ਬਹੁਤ ਸਮੇਂ ਤੋਂ ਚਾਈਨਾ ਥੋੜਾ ਉੱਥੇ ਚੁੱਪ ਹੈ, ਉੱਥੇ ਉਹਨੇ ਪਿੱਛੇ ਨੂੰ ਆਪਣੇ ਜਿਹੜੇ ਕਦਮ ਨੇ ਉਹ ਲੈ ਲਏ ਨੇ ਉਹਨਾਂ ਦੀ ਆਰਮੀ ਨੇ। ਸੋ ਜੈਸ਼ੰਕਰ ਨੇ ਚਾਈਨਾ ਦੇ ਨਾਲ ਇਹੀ ਗੱਲ ਕੀਤੀ ਕਿ ਆਪਣਾ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਹੈ ਇਹ ਨੈਗੇਟਿਵ ਇੰਪੈਕਟ ਪਾ ਰਿਹਾ, ਇਹ ਬੁਰਾ ਅਸਰ ਪਾ ਰਿਹਾ ਦੋਨਾਂ ਦੇਸ਼ ਦੇ ਜਿਹੜੇ ਇੰਟਰਨੈਸ਼ਨਲ ਅਫੇਅਰ ਨੇ ਉਹਨੂੰ ਲੈ ਕੇ। ਸੋ ਜੈਸ਼ੰਕਰ ਨੇ ਜਿਹੜੇ ਚਾਈਨਾ ਦੇ ਮਿਨਿਸਟਰ ਨੇ ਵਾਂਗ ਯੀ, ਉਹਨਾਂ ਨੂੰ ਕਿਹਾ ਕਿ ਆਪਾਂ ਹੁਣ ਇਸ ਚੀਜ਼ ਨੂੰ ਲੈ ਕੇ ਡਿਸਪਿਊਟ ਨੂੰ ਸੋਲਵ ਕਰ ਲੈਂਦੇ ਹਾਂ। External Affairs Minister calls for China to follow through on disengagement agreement. Disengagement means ਕਿ ਆਪਾਂ ਉੱਥੇ ਕੋਈ ਵੀ ਇੱਕ ਦੂਜੇ ਨਾਲ ਲੜਾਈ ਦੇ ਵਿੱਚ ਆਉਣਾ ਨਹੀਂ। It impasse between Indian and Chinese troops at the line of actual control is visibly impacting bilateral ties negatively. External Affairs Minister S. Jaishankar told Chinese State Councillor Wang Yi as they met in Dushanbe on the sideline of the SCO foreign meeting. So 10वां है, which state government has recently announced debt waiver for farm hands? जो भी एग्रीकल्चर ਦੇ ਵਿੱਚ ਖੇਤਾਂ ਵਿੱਚ ਕੰਮ ਕਰਦੇ ਨੇ, ਚਾਹੇ ਉਹ ਕੋਈ ਫਾਰਮ ਲੇਬਰਰਸ ਨੇ, ਕੋਈ ਲੈਂਡਲੈਸ ਫਾਰਮਿੰਗ ਕਮਿਊਨਿਟੀ ਹੈ, ਸੋ ਉਹਨਾਂ ਨੂੰ ਲੈ ਕੇ ਇੱਕ ਉਹਨਾਂ ਦਾ ਕਰਜ਼ਾ ਮਾਫ ਕਰਨ ਦੇ ਲਈ ਇੰਪੋਰਟੈਂਟ ਇੱਕ ਸਟੇਟ ਨੇ ਅਨਾਉਂਸਮੈਂਟ ਕੀਤੀ ਹੈ, ਇੱਕ ਸਕੀਮ ਲਾਂਚ ਕੀਤੀ ਹੈ। ਉਹ ਕਿਹੜੀ ਸਟੇਟ ਨੇ ਕੀਤੀ ਹੈ?
ऑप्शन ए हरियाणा, बी हिमाचल, सी बिहार या फिर डी पंजाब। सो इसका सही उत्तर है पंजाब। पंजाब के मुख मंत्री कैप्टन अमरिंदर सिंह ने अनाउंस किया है कि वो लोन खत्म करेंगे ते किन्नी अमाउंट का लोन 590 करोड़ का। सो फार्म डेट रिलीफ स्कीम एक लॉन्च की है। सो जी स्कीम है ये चैक दिते जाएंगे एक स्टेट लैवल ते एक उन्होंने कहा कि इवेंट होगा, एक प्रोग्राम लॉन्च होगा। सो वो प्रोग्राम 20 अगस्त को होगा। 11th is who is appointed as the leader of house in Rajya Sabha recently। So Rajya Sabha ਦੇ ਵਿੱਚ अपने ਜਿਹੜਾ लीडर ਹੁੰਦਾ हाउस ਦਾ ਉਹਨੂੰ ਹੁਣੀ चेंज करके रिप्लेस करके एक नवे मिनिस्टर ਨੂੰ अपॉइंट ਕੀਤਾ ਹੈ ਤੇ ਉਹ ਕਿਹਨੂੰ अपॉइंट ਕੀਤਾ ਹੈ। सो ਇਹਦਾ सही उत्तर है ऑप्शन बी पीयूष गोयल। सो पीयूष गोयल पहला राज्य सभा ਦੇ ਹੀ ਡਿਪਟੀ ਲੀਡਰ ਦੇ ਤੌਰ ਤੇ ਕੰਮ ਕਰ ਰਹੇ ਸੀ, पर ਆਪਾਂ ਨੂੰ ਪਤਾ ਹੈ ਕਿ ਆਪਾਂ ਨੇ ਆਪਣੇ ਕਰੰਟ ਅਫੇਅਰ ਦੇ ਵਿੱਚ ਵੀ ਪੜਿਆ ਕਿ ਰੀਸੈਂਟਲੀ ਕਰਨਾਟਕਾ ਸਟੇਟ ਦੇ ਨਵੇਂ ਗਵਰਨਰ ਅਪਾਇੰਟ ਕੀਤੇ ਗਏ ਨੇ ਥਾਵਰ ਚੰਦ ਗਹਿਲੋਟ ਜੀ। ਸੋ ਪਹਿਲਾਂ ਜਿਹੜੇ ਲੀਡਰ ਆਫ ਹਾਊਸ ਸੀ ਰਾਜ ਸਭਾ ਦੇ ਉਹ ਸੀ ਥਾਵਰ ਚੰਦ ਗਹਿਲੋਟ। ਸੋ ਹੁਣ ਇਹਨਾਂ ਨੂੰ ਗਵਰਨਰ ਨਿਯੁਕਤ ਕਰਤਾ ਤਾਂ ਜਿਹੜੀ ਇਹਨਾਂ ਦੀ ਜਗ੍ਹਾ ਸੀ ਉਹ ਖਾਲੀ ਹੋ ਗਈ ਤੇ ਇੱਕ ਸੀਨੀਅਰਿਟੀ ਬੇਸਿਸ ਤੇ ਜੋ ਡਿਪਟੀ ਲੀਡਰ ਸੀ ਉਹਨੂੰ ਹੁਣ लीडर बनाता राज्य सभा का पीयूष गोयल। सो अपने पीयूष गोयल याद रखना है, नाल थावर चंद गहलोत भी याद रखना है कि कर्नाटका दे नवे गवर्नर कौन है। सो नेक्स्ट हुन आपां राज्य सभा की गल कीती तां मैं सोचा कि उरे ही एक इंपॉर्टेंट थोनू कुछ इन्फॉर्मेशन प्रोवाइड करवा दा करंट अफेयर्स दे नाल रिलेटेड। बेसिकली आपां नू पता है कि जिहड़ी पार्लीमेंट है उहदे अड-अड सैशन हुंदे ने। सो हुण मॉनसून सैशन शुरू होने वाला ते इहदे विच कुछ बिलां दी सुनवाई होगी, कुछ बिल्स पास किए जाएंगे ते जिहड़ा इस साल दा मॉनसून सैशन है यह 19 जुलाई तो 13 अगस्त तक चलू। 19 दिनों का हजे तक यही प्लान होया, बाकी इहदे विच थोड़ी बहुत डेट्स दी चेंजिस आउंदियां रहिंदियां ने। सो 19 जुलाई तो 13 अगस्त तक मॉनसून सैशन चलू ते कुछ इंपॉर्टेंट बिल्स ने जिन्हां दे उत्ते आपां ने ध्यान रखना है। जदों भी बिलां दी सुनवाई हो आपां ने इन्हां दे बारे जरूर पढ़ना है। सो इंपॉर्टेंट बिल किहड़े पास होणगे? पहला द ट्राइब्यूनल रिफॉर्म रैशनलाइजेशन एंड कंडीशन ऑफ सर्विस बिल 2021। दूजा डीएनए टैक्नोलॉजी नूं लैके एक बिल है। फिर है पेरेंट्स ते सीनियर सिटीजन, जिवें अपने पेरेंट्स ने घरां दे विच या अपने ग्रैंड पेरेंट्स ने उन्हां दा देखभाल करन लई उन्हां दी मेनटेनेंस दे लई एक पक्का रूल बनाउण दे लई एक नवा बिल लिआंदा जाऊगा। सो आपां देखदे हां कि पास हुंदा या नहीं हुंदा, क्योंकि एक बिल पास होने तो बाद ही एक्ट बनता है। सो हजे तक ये सारे बिल ने। फिर आउंदा डिफेंस सर्विसेज नूं लैके, फिर एक इंडिया एंटार्कटिका बिल है। फिर अपने जिहड़े सीए हुंदे ने या सीएस चार्टर्ड अकाउंटेंट वगैरह ने, कंपनी सैक्रेटरी ਦੇ ਲੋਕ ਨੇ ਉਹਨਾਂ ਸਾਰਿਆਂ ਨੂੰ ਅਪਾਇੰਟ ਕਰਨ ਦੇ ਲਈ ਉਹਨਾਂ ਦੇ ਕੰਮ ਨੂੰ ਲੈ ਕੇ ਇੱਕ ਅਲੱਗ ਤੋਂ ਬਿੱਲ ਲਿਆਂਦਾ ਜਾਊਗਾ। ਫਿਰ ਇੱਕ ਇੰਪੋਰਟੈਂਟ ਬਿੱਲ ਆ ਰਿਹਾ, ਇਹ ਤੁਹਾਡੇ ਲਈ ਐਗਜ਼ਾਮ ਦੇ ਲਈ ਬਹੁਤ ਜ਼ਰੂਰੀ ਹੈ ਕਿ ਸੈਂਟਰਲ ਯੂਨੀਵਰਸਿਟੀ ਅਮੈਂਡਮੈਂਟ ਬਿੱਲ 2021। ਇਹ ਜਿਹੜੀ ਨਵੀਂ यूटी यूनियन ਟੈਰੀਟਰੀ ਬਣੀ ਹੈ ਲਦਾਖ ਦੀ, ਉੱਥੇ ਇੱਕ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਲਈ ਬਿੱਲ ਹੈ। सो ये अपने इंपॉर्टेंट याद रखना है कि जिहड़ा बिल आऊगा ये केड़ी मेन यूनियन टैरीटरी नूं लैके बिल है। सो हुण आपां अपना अगला करंट अफेयर देखदे हां। सो नेम द आर्टिस्ट whose work in the ladies enclosure became the second most expensive Indian work of art sold globally। हुणी वर्ल्ड लैवल ते ग्लोबल लैवल ते इंडिया दा एक पेंटर दी पेंटिंग विकी है ते इंडिया दी यह दूजे नंबर की सब तो महंगी विकन वाली पेंटिंग है, आर्ट वर्क है। सो ਇਹਦਾ नाम है इन द लेडीज इनक्लोजर ते ਇਹ ਕਿਹਦਾ ਕੰਮ है, ये पेंटिंग है किहदी? सो ਇਹਦਾ सही उत्तर है ऑप्शन ए अमृता शेरगिल। सो अमृता शेरगिल जी द्वारा ये पेंटिंग पेंट की गई सी ते करंटली ਜਿਹੜਾ इस टाइम ਦਾ इंडिया ਦਾ मोस्ट एक्सपेंसिव इंडियन आर्ट विकिया है वो विकिया सी VS गायतोंडे दा 39.98 करोड़ रुपीस का। सो हुण दूजे नंबर की सब तो महंगी विकन वाली ये पेंटिंग बनी है। सो 13th is in which state India's first cryptogamic garden has recently been organized। सो इनॉग्रेट किया गया एक नवा गार्डन जिहदे विच की अलग अलग तरह दी जिहड़ियां छोटियां स्पीसीज हुंदियां ने, जिवें फर्न्स हो गए या कोई लिकन्स हो गई, इदां दी जिहड़ियां चीज़ां ने फंगस नूं लैके जिहड़े स्पीसीज आउंदियां ने।
ਸੋ ਇਹ ਸਾਰੀਆਂ ਚੀਜ਼ਾਂ ਨੂੰ ਸੇਵ ਕਰਨ ਦੇ ਲਈ, ਪ੍ਰੋਟੈਕਟ ਕਰਨ ਦੇ ਲਈ ਇੱਕ ਨਵਾਂ ਗਾਰਡਨ ਇਨੋਗਰੇਟ ਕੀਤਾ ਹੈ। ਉਹ ਕਿੱਥੇ ਕੀਤਾ ਹੈ? ਆਪਸ਼ਨ ਏ ਬਿਹਾਰ, ਬੀ ਹਰਿਆਣਾ, ਸੀ ਉੱਤਰਾਖੰਡ ਜਾਂ ਫਿਰ ਡੀ ਪੰਜਾਬ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਸੀ ਉੱਤਰਾਖੰਡ। ਸੋ ਉੱਤਰਾਖੰਡ ਦਾ ਚਕਰਾਤਾ ਟਾਊਨ ਹੈ ਦੇਹਰਾਦੂਨ ਡਿਸਟ੍ਰਿਕਟ ਦਾ, ਉੱਥੇ ਇਹਨੂੰ ਇਨੋਗਰੇਟ ਕੀਤਾ ਹੈ ਤੇ ਇਹਦੇ ਵਿੱਚ ਘੱਟੋ ਘੱਟ ਜਿਹੜੀਆਂ ਕ੍ਰਿਪਟੋਗੈਮੇ ਫੈਮਿਲੀ, ਇਹ ਐਨੀਮਲ ਸਪੀਸੀਜ਼ ਦੀ ਫੈਮਿਲੀ ਦੀ ਕੈਟੇਗਰੀ ਹੈ, ਉਹਦੀਆਂ 50 ਸਪੀਸੀਜ਼ ਉਰੇ ਰੱਖੀਆਂ ਜਾਣਗੀਆਂ। ਤੇ ਇਸੇ ਸਾਈਟ ਨੂੰ ਕਿਉਂ ਚੂਜ਼ ਕੀਤਾ ਹੈ? ਕਿਉਂਕਿ ਉਰੇ ਪੋਲਿਊਸ਼ਨ ਬਹੁਤ ਘੱਟ ਹੈ ਤੇ ਜਿਹੜਾ ਇਨਵਾਇਰਨਮੈਂਟ ਹੈ ਇਸ ਜਗ੍ਹਾ ਦਾ ਉਹ ਬਹੁਤ ਹੀ ਜ਼ਿਆਦਾ ਸੂਟੇਬਲ ਹੈ, ਕੰਡਿਊਸਿਵ ਹੈ ਵੀ ਜਿਹੜੀਆਂ ਇਹ ਕੈਟੇਗਰੀ ਦੀਆਂ species ਨੇ ਉਹ species ਉੱਥੇ grow ਕਰ ਸਕਣ। So inaugurated recently in the Chakrata town of Dehradun, Uttarakhand, the garden will be housing nearly 50 species of lichens ferns collectively known as cryptogame. This site is chosen because of its low pollution level and moisture, which are conducive for the growth of these species. So 14th is country's first green hydrogen mobility project will be set up in। ਆਪਣੇ ਦੇਸ਼ ਦਾ, ਇੰਡੀਆ ਦਾ ਪਹਿਲਾ ਗ੍ਰੀਨ ਹਾਈਡਰੋਜਨ ਤਿਆਰ ਕਰਨ ਵਾਲਾ ਇੱਕ ਪ੍ਰੋਜੈਕਟ ਲਾਂਚ ਕੀਤਾ ਜਾਊ। ਇਹ ਪ੍ਰੋਜੈਕਟ ਕਿੱਥੇ ਆਊਗਾ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਏ ਲਦਾਖ। ਸੋ ਐਨਟੀਪੀਸੀ ਇੱਕ એનર્ਜੀ ਦੀ ਆਪਣੀ ਸਰਕਾਰੀ ਕਾਰਪੋਰੇਸ਼ਨ ਹੈ, ਕੰਪਨੀ ਹੈ ਐਨਟੀਪੀਸੀ ਰਿਨਿਊਏਬਲ એનર્ਜੀ ਲਿਮਿਟਿਡ, ਜਿਹਨੂੰ ਆਪਾਂ ਐਨਟੀਪੀਸੀ ਰੇਲ ਕਹਿੰਦੇ ਆ। ਸੋ ਜਿਹੜੀ ਇੱਕ ਕੰਪਨੀ ਹੈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ, ਇਹ ਸੈਟਅਪ ਕਰੂਗੀ ਇੰਡੀਆ ਦਾ ਪਹਿਲਾ ਗ੍ਰੀਨ ਹਾਈਡਰੋਜਨ ਦਾ ਪਲਾਂਟ ਪ੍ਰੋਜੈਕਟ ਲਦਾਖ ਦੇ ਵਿੱਚ। ਸੋ ਲਦਾਖ ਦੇ ਨਾਲ ਆਪਾਂ ਹੁਣੀ ਇੱਕ ਹੋਰ ਇੰਪੋਰਟੈਂਟ ਚੀਜ਼ ਪੜ੍ਹੀ ਸੀ ਕਿ ਲਦਾਖ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਲਈ ਇੱਕ ਬਿੱਲ ਵੀ ਲਿਆਂਦਾ ਜਾਊਗਾ ਮੌਨਸੂਨ ਸੈਸ਼ਨ ਦੇ ਵਿੱਚ। ਸੋ ਜਿਹੜੀ ਹਾਈਡਰੋਜਨ ਹੈ ਇਹ ਬੇਸਿਕਲੀ ਨੋ ਕਾਰਬਨ ਹਾਈਡਰੋਜਨ ਹੈ। ਜਿਹੜੀ ਗ੍ਰੀਨ ਹਾਈਡਰੋਜਨ ਦਾ ਮਤਲਬ ਹੈ ਕਿ ਇਹਦੇ ਵਿੱਚੋਂ ਕੁਝ ਵੀ ਪੋਲਿਊਸ਼ਨ ਨਹੀਂ ਨਿਕਲੂ, ਨਾ ਕੋਈ ਕਾਰਬਨ ਕੰਟੈਂਟ ਰਿਲੀਜ਼ ਹੋ, ਤੇ ਜਿਹੜਾ ਇਹ ਤਿਆਰ ਕੀਤੀ ਜਾਊ ਇਹ ਫੋਸਿਲ ਫਿਊਲ ਤੇ ਬਾਇਓਮਾਸ, ਜਿਹੜੇ ਇਹ ਆਪਣੇ ਇਨਵਾਇਰਨਮੈਂਟ ਨੂੰ ਲੈ ਕੇ ਸਹੀ ਪ੍ਰੋਡਕਟ ਨੇ, ਆਰਗੈਨਿਕ ਮਟੀਰੀਅਲ ਹੈ, ਇਹਨਾਂ ਨੂੰ ਕੈਮੀਕਲੀ ਕੰਬਾਈਨ ਕਰਕੇ green hydrogen ਤਿਆਰ ਕੀਤੀ ਜਾਊ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ that organic materials such as fossil fuel biomass are used for releasing hydrogen through chemical process। ਸੋ ਅੱਜ ਦਾ ਆਪਣਾ 15-16 ਜੁਲਾਈ ਕਰੰਟ ਅਫੇਅਰ ਦਾ ਲਾਸਟ ਕਰੰਟ ਅਫੇਅਰ ਹੈ। Industrialist N.S. Srinivas Murthy has been appointed as Honorary Consul General of which nation for Karnataka? ਕਰਨਾਟਕਾ ਦੇ ਲਈ, ਸਪੈਸ਼ਲੀ ਬੰਗਲੌਰ ਸਿਟੀ ਦੇ ਲਈ ਇੱਕ ਨਵਾਂ ਕੌਂਸਲ ਜਨਰਲ ਅਪਾਇੰਟ ਕੀਤਾ ਗਿਆ ਜਿਹਦਾ ਨਾਮ ਹੈ N.S. Srinivas Murthy, ਤੇ ਇਹ ਕਿਹੜੀ ਕੰਟਰੀ ਨੂੰ ਰਿਪਰੈਜ਼ੈਂਟ ਕਰਨਗੇ ਇੰਡੀਆ ਦੇ ਵਿੱਚ? ਸੋ ਇਹ ਕਰਨਗੇ ਵੀਅਤਨਾਮ ਨੂੰ। ਸੋ ਕੌਂਸਲ ਜਨਰਲ ਇੱਕ ਇਹੋ ਜਿਹੀ ਹਾਈਐਸਟ ਅਫੀਸ਼ੀਅਲ ਪੋਜੀਸ਼ਨ ਹੁੰਦੀ ਹੈ ਜਿਹੜੀ ਕਿ ਇੱਕ ਪਾਰਟਿਕੂਲਰ ਕੰਮ ਦੇ ਲਈ, ਜਿਵੇਂ ਵੀਅਤਨਾਮ ਦੇ ਨਾਲ ਜਿੰਨਾ ਵੀ ਇਨਵੈਸਟਮੈਂਟ, ਟੂਰਿਜ਼ਮ, ਕੁਝ ਵੀ ਕੰਮ ਕਰਨਾ ਹੈ, ਉਹ ਇੰਡੀਆ ਦੇ ਵਿੱਚ ਉਹਦੇ ਲਈ ਕੌਣ ਰਿਸਪੌਂਸਿਬਲ ਹੋ? N.S. Srinivas Murthy। So Vietnam has appointed Honorary Consul General of Vietnam in Bangalore to promote, ਕਾਹਦੇ ਲਈ? ਟ੍ਰੇਡ ਪ੍ਰਮੋਟ ਕਰਨ ਲਈ ਵੀਅਤਨਾਮ ਦੇ ਨਾਲ, ਇਕਨੋਮਿਕ, ਇਨਵੈਸਟਮੈਂਟ, ਟੂਰਿਜ਼ਮ, ਐਜੂਕੇਸ਼ਨ, ਕਲਚਰਲ ਕੋਆਪਰੇਸ਼ਨ। ਕਰਨਾਟਕਾ ਤੇ ਵੀਅਤਨਾਮ ਦੇ ਵਿੱਚ, ਉਰੇ ਆਪਾਂ ਇੰਡੀਆ ਦੀ ਗੱਲ ਨਹੀਂ ਕਰ ਰਹੇ, ਉਰੇ ਆਪਾਂ ਇੱਕ ਪਾਰਟਿਕੂਲਰ ਸਟੇਟ ਦੀ ਗੱਲ ਕਰ ਰਹੇ ਹਾਂ। ਸੋ ਇੰਡੀਆ ਲੈਵਲ ਤੇ ਵੀ ਹੁੰਦੇ ਨੇ ਆਪਣੇ ਕੌਂਸਲ ਜਨਰਲ, ਤੇ ਪਾਰਟਿਕੂਲਰ ਸਟੇਟ ਨੂੰ ਲੈ ਕੇ ਵੀ ਹੋ ਸਕਦੇ ਆ। So industrialist N.S. Srinivas Murthy based in Bangalore has been appointed as Honorary Consul General। He is first Honorary Consul General of Vietnam। So ਇਹ important fact ਹੈ ਕਿ ਇਸ ਤੋਂ ਪਹਿਲਾਂ ਵੀਅਤਨਾਮ ਕੰਟਰੀ ਦਾ ਇੰਡੀਆ ਦੇ ਵਿੱਚ ਕੋਈ ਵੀ ਰਿਪਰੈਜ਼ੈਂਟੇਟਿਵ ਨਹੀਂ ਸੀ, ਕੋਈ ਵੀ Honorary Consul ਨਹੀਂ ਸੀ। ਸੋ ਇਹ ਪਹਿਲੇ ਬਣੇ ਨੇ ਵੀਅਤਨਾਮ ਕੰਟਰੀ ਦੇ ਇੰਡੀਆ ਦੇ ਵਿੱਚ। ਸੋ ਇਹਨਾਂ ਨੂੰ ਕਿੰਨੇ ਸਾਲ ਲਈ ਅਪਾਇੰਟ ਕੀਤਾ ਜਾਊ? 3 ਸਾਲ ਲਈ। ਸੋ ਇਹ ਵੀ ਆਪਾਂ ਨੇ ਇੰਪੋਰਟੈਂਟ ਯਾਦ ਰੱਖਣਾ ਹੈ। ਜਾਂ ਆਪਾਂ ਨੂੰ ਐਗਜ਼ਾਮ ਦੇ ਵਿੱਚ ਇਹ ਵੀ ਆ ਸਕਦਾ ਹੈ ਕਿ ਕਿਹੜੀ ਇਹੋ ਜਿਹੀ ਕੰਟਰੀ ਬਣੀ ਹੈ ਜਿਹਨੇ ਕਿ ਆਪਣਾ ਪਹਿਲਾ ਆਨਰਰੀ ਕੰਸੂਲ ਅਪਾਇੰਟ ਕੀਤਾ ਹੈ ਇੰਡੀਆ ਦੇ ਵਿੱਚ। ਸੋ ਉਹ ਹੈ ਵੀਅਤਨਾਮ। ਤੇ ਉਰੇ ਜਾਂ ਫਿਰ ਜਿਵੇਂ ਮੈਂ ਤੁਹਾਨੂੰ ਇਹ ਕੁਐਸਚਨ ਪ੍ਰੋਵਾਈਡ ਕੀਤਾ ਕਿ ਨਾਮ ਦੇ ਕੇ, ਕਿ ਆਨਰਰੀ ਕੰਸੂਲ ਦਾ ਨਾਮ ਦੇਤਾ ਤੇ ਫਿਰ ਕੰਟਰੀ ਪੁੱਛੀ ਹੈ। ਸੋ ਕਿਸੇ ਵੀ ਤਰ੍ਹਾਂ ਦੇ ਨਾਲ ਕੁਐਸਚਨ ਆ ਸਕਦਾ ਹੈ। ਸੋ ਨਾਓ ਇਟਸ ਟਾਈਮ ਟੂ ਰਿਵੀਜ਼ਨ। ਤੇ ਇਹ ਰਿਵੀਜ਼ਨ ਦੇ ਵਿੱਚ ਮੈਂ ਕੁਝ ਜੂਨ ਮੰਥ ਦੇ ਤੇ ਨਾਲ ਹੀ ਮੈਂ ਕੁਝ ਤੁਹਾਨੂੰ
जनवरी 2021 ਦੇ ਕਰੰਟ ਅਫੇਅਰ ਕਰਵਾ ਰਹੀ ਹਾਂ। ਸੋ ਹੁਣ ਮੈਂ ਡੇਲੀ ਜਿਹੜੇ ਇਹ ਰਿਵੀਜ਼ਨ ਦੇ ਵਿੱਚ MCQ ਪਾਇਆ ਕਰੂੰਗੀ, ਇਹ ਮੈਂ ਜਨਵਰੀ ਤੋਂ ਹੀ ਸਟਾਰਟ ਕਰੂੰਗੀ ਸੋ ਦੈਟ ਤੁਹਾਨੂੰ ਇੱਕ ਰੈਗੂਲਰਿਟੀ ਕ੍ਰੋਨੋਲੋਜੀ ਆ ਜਾਵੇ ਕਿ ਤੁਹਾਨੂੰ ਟਾਈਮਲਾਈਨ 'ਚ ਦਿੱਕਤ ਨਾ ਆਵੇ। ਸੋ ਮੈਂ ਰੈਂਡਮ ਕਰੰਟ ਅਫੇਅਰ ਪਾਉਣ ਦੀ ਬਜਾਏ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਦੀ ਜਾਊਂਗੀ ਕਿ ਹੁਣ ਆਪਾਂ ਨੇ ਜਨਵਰੀ 2021 ਦੇ ਕਰ ਲਏ, ਕਿ ਹੁਣ ਫਰਵਰੀ ਦੇ ਕਰ ਲਏ। ਸੋ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਵੀ ਆਸਾਨੀ ਹੋ ਜੂ, ਜੇ ਬਾਈ ਚਾਂਸ ਐਗਜ਼ਾਮ ਤੋਂ ਪਹਿਲਾਂ ਕੋਈ ਮੰਥ ਰਹਿ ਵੀ ਜਾਂਦਾ ਸੋ ਤੁਸੀਂ ਪਾਰਟਿਕੂਲਰਲੀ ਉਸ ਮੰਥ ਤੇ ਫੋਕਸ ਕਰ ਸਕੋ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। Name an astronaut born in India who will be a part of crew of Unity 2022 mission। ਸੋ Unity 22 ਨਾਮ ਦਾ ਮਿਸ਼ਨ ਜਾ ਰਿਹਾ ਸਪੇਸ ਦੇ ਵਿੱਚ, ਜਿਹਦੇ ਵਿੱਚ ਕਿ ਕ੍ਰਿਊ ਹੋਣਗੇ, ਐਸਟਰੋਨੌਟਸ ਹੋਣਗੇ, ਪ੍ਰੋਪਰ ਹਿਊਮਨ ਬੀਇੰਗਸ ਐਸਟਰੋਨੌਟ ਦੀ ਫਾਰਮ ਦੇ ਵਿੱਚ ਉੱਥੇ ਪਹੁੰਚਣਗੇ। ਸੋ ਇੰਡੀਆ ਦੇ ਵਿੱਚ ਜੰਮੀ ਹੋਈ ਐਸਟਰੋਨੌਟ ਜਾ ਰਹੀ ਹੈ, ਉਹਦਾ ਨਾਮ ਕੀ ਹੈ? ਸੋ ਉਹਦਾ ਨਾਮ ਹੈ ਸਿਰੀਸ਼ਾ ਬਾਂਦਲਾ, ਆਪਸ਼ਨ ਬੀ। फिर सेकंड है यूडाइस प्लस 2019-20 रिपोर्ट, एक रिपोर्ट लॉन्च की गई है भारत सरकार के द्वारा, एक किस लेवल की एजुकेशन नु टारगेट कर दी है? सो ये कर दी है स्कूल एजुकेशन नु टारगेट। तीजा है हुण आप बार बार काफी समय तो ओलंपिक्स के बारे पढ़ते आ रहे हैं, तो हुण ओलंपिक स्टार्ट भी होने वाली ने। सो आप सारिਆਂ ने थोड़ा जिहा टाइम कढ के अपनी पढ़ाई दे विचों उस चीज ते भी फोकस रखना है कि कौन कौन प्लेयर्स केड़े-केड़े मेडल जित रहे ने। थर्ड इज हु हैज बिकम फर्स्ट फीमेल स्विमर टू क्वालीफाई फॉर टोक्यो ओलंपिक 2021। सो टोक्यो ओलंपिक जाने वाली इंडिया दी पहली स्विमर कौन बनी है? फीमेल। सो ये बनी है मन्ना पटेल, ऑप्शन बी। फोर्थ इज मेडल्स ऑफ टोक्यो ओलंपिक विल बी मेड अप ऑफ विच मटीरियल। सो ਜਿਹੜੇ ਟੋਕੀਓ ओलंपिक्स ਹੋਣ ਵਾਲੀਆਂ ਨੇ, ਜਿਹੜੇ ਉਹਦੇ ਮੈਡਲ ਦਿੱਤੇ ਜਾਣਗੇ ਉਹ ਕਿਹੜੇ ਪਦਾਰਥ ਦੇ ਬਣੇ ਹੋਣਗੇ? ਸੋ ਉਹ ਬਣੇ ਹੋਣਗੇ ਰੀਸਾਈਕਲਡ ਈ ਵੇਸਟ ਦੇ। ਸੋ ਜਿੰਨਾ ਵੀ ਲੈਪਟਾਪ, ਫੋਨ, ਇਹ ਸਾਰੀਆਂ ਚੀਜ਼ਾਂ ਤੋਂ ਕੋਈ ਵੀ ਮੈਟਲ ਨਿਕਲ ਕੇ ਆਉਂਦੇ ਨੇ 골ਡ, ਸਿਲਵਰ ਦੇ, ਸੋ ਉਹ ਮੈਟਲ ਨੂੰ ਦੁਬਾਰਾ ਤੋਂ ਪ੍ਰੋਡਕਸ਼ਨ ਕੀਤੀ ਜਾਓ, ਰੀਸਾਈਕਲ ਕੀਤੀ ਜਾਓ ਤੇ ਉਹ ਵੇਸਟ ਦੇ ਵਿੱਚੋਂ ਹੀ ਇਹ ਤਿਆਰ ਕੀਤੇ ਜਾਣਗੇ। ਸੋ ਇਹ ਇਸ ਲਈ ਇਨੀਸ਼ੀਏਟਿਵ ਲਿਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਇਨਵਾਇਰਨਮੈਂਟ ਨੂੰ ਜਿਹੜੀ ਇੰਨੀਆਂ ਦਿੱਕਤਾਂ ਆ ਰਹੀਆਂ ਨੇ, ਆਪਣੇ ਕੋਲ ਰਿਸੋਰਸਿਸ ਦੀ ਕਮੀ ਆ ਰਹੀ ਹੈ, ਉਹਦੇ ਬਾਰੇ ਜਾਗਰੂਕ ਕਰਵਾਇਆ ਜਾਵੇ। ਸੋ ਫਿਰ ਹੈ ਫਰੇਟ ਸਮਾਰਟ ਸਿਟੀ ਨਾਮ ਦਾ ਇੱਕ ਨਵਾਂ कह सकते हैं इनिशिएटिव लॉन्च किया, एक प्रोग्राम स्कीम लॉन्च की है। सो एक केड़ी मिनिस्ट्री के द्वारा स्टार्ट की गई है? सो ये स्टार्ट की है ऑप्शन बी, मिनिस्ट्री ऑफ कॉमर्स एंड इंडस्ट्री ने। छेवां है द सेंट्रल गवर्नमेंट imposed stock limit on wholesaler, retailer, miller, importer of which commodity to control price rise। सो प्राइस राइस ਨੂੰ ਵਧਾਉਣ ਦੇ ਲਈ ਕੋਈ ਆਪਣੇ ਕੋਲ ਪਹਿਲਾਂ ਹੀ ਬਚਾ ਕੇ ਨਾ ਰੱਖ ਲੇ, ਬਲੈਕ ਮਾਰਕੀਟਿੰਗ, ਹੋਰਡਿੰਗ, ਇਦਾਂ ਦੀਆਂ ਜਿਹੜੀਆਂ ਆਪਣੀਆਂ ਫਸਲਾਂ ਨੂੰ ਲੈ ਕੇ ਜਾਂ ਕੋਈ ਵੀ ਇਦਾਂ ਦੀ ਫੂਡ ਕਮੋਡਿਟੀ ਨੂੰ ਲੈ ਕੇ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਨੂੰ ਰੋਕਣ ਦੇ ਲਈ ਸੈਂਟਰ ਦੀ ਸਰਕਾਰ ਨੇ ਇੱਕ ਚੀਜ਼ ਦੇ ਲਈ ਇੱਕ ਲਿਮਿਟ ਲਗਾਤੀ ਵੀ ਤੁਸੀਂ ਜਿਹੜੀ ਇਹ ਫੂਡ ਆਈਟਮ ਹੈ ਇਹਦਾ ਸਟਾਕ ਆਪਣੇ ਕੋਲ ਇੰਨਾ ਹੀ ਰੱਖ ਸਕਦੇ ਹੋ, ਇਸ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਜੇ ਇਸ ਤੋਂ ਜ਼ਿਆਦਾ ਰੱਖਿਆ ਤਾਂ ਤੁਹਾਡੇ ਉੱਤੇ ਹੋਰਡਿੰਗ ਦੇ ਅੰਦਰ ਕੇਸ ਪਾਇਆ ਜਾਊ। ਸੋ ਇਹ ਜਿਹੜੀ ਚੀਜ਼ ਹੈ ਇਹ ਹੈ ਪਲਸਿਸ। ਸੋ ਦਾਲਾਂ ਦਾ ਇੱਕ ਸਟਾਕ ਲਿਮਿਟ ਸੈੱਟ ਕਰਤੀ ਵੀ ਹੋਲਸੇਲਰ ਨੇ, ਚਾਹੇ ਕੋਈ ਦੁਕਾਨਾਂ ਵਾਲੇ ਰਿਟੇਲਰ ਨੇ, ਕਿ ਤੁਸੀਂ ਆਪਣੇ ਕੋਲ ਇੰਨੀ ਹੀ ਇੱਕ ਟਾਈਮ ਤੇ ਰੱਖ ਸਕਦੇ ਹੋ। ਸੋ ਸੱਤਵਾਂ ਆਉਂਦਾ ਕੋਵਿਸ਼ੀਲਡ। ਜਿਹੜੀ ਕੋਵਿਸ਼ੀਲਡ ਪਹਿਲੀ ਵੈਕਸੀਨ ਐਮਰਜੈਂਸੀ ਯੂਜ਼ ਦੇ ਲਈ DGCI ਨੇ ਅਪਰੂਵ ਕੀਤੀ ਸੀ, ਸੋ ਉਹ ਕਿਹੜੀ ਕੰਪਨੀ ਦੁਆਰਾ ਬਣਾਈ ਗਈ ਸੀ? ਸੋ ਇਹ ਬਣਾਈ ਗਈ ਸੀ ਸੀਰਮ ਇੰਸਟੀਚਿਊਟ ਆਫ ਇੰਡੀਆ, ਤੇ ਇਹਦੇ ਜਿਹੜੇ CEO ਨੇ ਉਹਨਾਂ ਦਾ ਨਾਮ ਵੀ ਆਪਣੇ ਲਈ ਬਹੁਤ ਇੰਪੋਰਟੈਂਟ ਹੈ, ਅਦਾਰ ਪੂਨਾਵਾਲਾ। ਸੋ ਆਪਾਂ ਨੇ ਨਾਮ ਵੀ ਯਾਦ ਰੱਖਣਾ ਹੈ। ਫਿਰ ਹੈ 8ਵਾਂ ਕੁਐਸਚਨ, ਵਿਚ ਇੰਡੀਅਨ ਪਬਲਿਕ ਸੈਕਟਰ ਬੈਂਕ ਹੈਜ਼ ਲਾਂਚਡ ਬੈਂਕਿੰਗ ਸਰਵਿਸ ਥਰੂ WhatsApp। ਇੰਡੀਆ ਦਾ ਕਿਹੜਾ ਪਬਲਿਕ ਸੈਕਟਰ ਬੈਂਕ ਬਣਿਆ, ਪ੍ਰਾਈਵੇਟ ਦੀ ਗੱਲ ਨਹੀਂ ਹੋ ਰਹੀ, ਪਬਲਿਕ ਸਰਕਾਰੀ ਬੈਂਕ ਦੀ ਗੱਲ ਹੋ ਰਹੀ ਹੈ, ਜਿਹਨੇ WhatsApp ਦੇ ਥਰੂ ਬੈਂਕਿੰਗ ਸਰਵਿਸਿਜ਼ ਲਾਂਚ ਕੀਤੀਆਂ, ਮੁਹੱਈਆ ਕਰਵਾਈਆਂ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਬੀ, ਬੈਂਕ ਆਫ ਬੜੌਦਾ। ਸੋ ਫਿਰ ਆਉਂਦੀਆਂ ਨੇ ਕੁਝ ਹੁਣ ਇੰਪੋਰਟੈਂਟ ਲਾਸਟ ਦੇ ਵਿੱਚ ਫਲੈਗਸ਼ਿਪ ਸਕੀਮਸ। ਸੋ ਇਹ ਉਹ ਸਕੀਮਸ ਨੇ ਜਿਹੜੀਆਂ ਕਿ ਇੰਡੀਆ ਦੇ ਬਜਟ ਦੇ ਵਿੱਚੋਂ ਨਿਕਲੀਆਂ ਨੇ ਪਿਛਲੇ 5 ਸਾਲਾਂ 'ਚ। ਸੋ ਇਹ ਇੰਪੋਰਟੈਂਟ ਸਕੀਮਸ ਮੈਂ ਤੁਹਾਨੂੰ ਅਲੱਗ ਤੋਂ ਇਸ ਲਈ ਕਰਵਾਈਆਂ ਨੇ ਕਿਉਂਕਿ ਕੁਝ ਸਕੀਮਸ ਤਾਂ ਹੁੰਦੀਆਂ ਨੇ ਜਿਹੜੀਆਂ ਕਿ ਸਰਕਾਰ ਟਾਈਮ ਟੂ ਟਾਈਮ ਕੱਢਦੀ ਰਹਿੰਦੀ ਆ, ਪਰ ਇਹ ਜਿਹੜੀਆਂ ਸਕੀਮਸ ਨੇ ਇਹ ਇੰਡੀਆ ਦੇ ਜਿਹੜੇ ਬਜਟ ਆਏ ਨੇ ਉਹਨਾਂ ਦੇ ਵਿੱਚੋਂ ਨਿਕਲੀਆਂ ਨੇ।
ਸੋ ਆਪਾਂ ਦੇਖਾਂਗੇ ਕਿ ਇਹ ਸਕੀਮਸ ਕਿਹੜੀਆਂ ਨੇ ਤੇ ਇਹ ਕਿਹੜੇ ਸੈਕਟਰ ਦੇ ਨਾਲ ਰਿਲੇਟਡ ਹੈ। ਸੋ ਅੱਜ ਆਪਾਂ 10 ਸਕੀਮਸ ਦੀ ਗੱਲ ਕਰਾਂਗੇ। ਸੋ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਅੱਜ ਬਿਲਸ ਕਰਵਾਏ ਮੌਨਸੂਨ ਵਾਲੇ, ਇਹ ਸਕੀਮਸ ਕਰਵਾ ਰਹੀ ਹਾਂ। ਸੋ ਮੈਨੂੰ ਜਦੋਂ ਵੀ ਜਿਹੜੀ ਚੀਜ਼ ਇੰਪੋਰਟੈਂਟ ਲੱਗੂ ਕਰੰਟ ਅਫੇਅਰ ਦੇ ਵਿੱਚ ਜਾਂ ਨੋਰਮਲ ਜੀਕੇ ਦੇ ਵਿੱਚ, ਤੁਹਾਨੂੰ ਮੈਂ ਨਾਲ ਦੀ ਨਾਲ ਪ੍ਰੋਵਾਈਡ ਕਰਵਾਉਂਦੀ ਰਹੂੰਗੀ। ਸੋ ਪਹਿਲੀ ਆਉਂਦੀਆਂ ਨੇ 3 ਸਕੀਮਸ ਐਗਰੀਕਲਚਰ ਨੂੰ ਲੈ ਕੇ, ਕਿਉਂਕਿ ਪੇਪਰ ਦੇ ਵਿੱਚ ਬਹੁਤ ਵਾਰੀ ਮੈਂ ਦੇਖਿਆ ਤੁਹਾਨੂੰ ਸਿੱਧਾ ਕੁਐਸਚਨ ਆਉਂਦਾ ਹੈ ਵੀ ਇਹ ਜਿਹੜੀ ਸਕੀਮ ਹੈ ਇਹ ਕਿਹੜੇ ਸੈਕਟਰ ਦੇ ਨਾਲ ਰਿਲੇਟਡ ਹੈ, ਇਹ ਲੇਬਰ ਨਾਲ ਰਿਲੇਟਡ ਹੈ, ਐਜੂਕੇਸ਼ਨ ਨਾਲ, ਐਗਰੀਕਲਚਰ ਨਾਲ। ਸੋ ਜਦੋਂ ਵੀ ਕੋਈ ਸਕੀਮ ਪੜ੍ਹਨੀ ਹੈ ਅਲੱਗ ਤੋਂ ਤੁਸੀਂ ਚਾਰਟ ਬਣਾ ਲਓ ਵੀ ਇਹ ਕਿਹੜੇ ਏਰੀਆ ਦੇ ਅੰਦਰ ਆਉਂਦੀ ਹੈ, ਕਿਹੜੇ ਸੈਕਟਰ ਨੂੰ ਰਿਲੇਟ ਕਰਦੀ ਹੈ। ਸੋ ਪਹਿਲੀ ਹੈ ਐਗਰੀਕਲਚਰ ਨੂੰ ਲੈ ਕੇ ਪੀਐਮ ਕਿਸਾਨ सम्मान निधि, फिर आउंदी है कृषि सिंचाई योजना, ਤੀਜੀ ਆਉਂਦੀ ਹੈ ਫਸਲ ਬੀਮਾ ਯੋਜਨਾ। ਇਹ ਬਹੁਤ ਇੰਪੋਰਟੈਂਟ ਹੈ। ਇਹ ਸਕੀਮ ਦੇ ਵਿੱਚ ਜਿਹੜਾ ਆਪਾਂ ਨੇ ਇੱਕ ਕਰੰਟ ਅਫੇਅਰ ਕੀਤਾ ਸੀ ਕ੍ਰੌਪ ਇੰਸ਼ੋਰੈਂਸ ਵੀਕ ਵਾਲਾ, ਸੋ ਮੈਂ ਤੁਹਾਨੂੰ ਉਹ ਵੀ ਦੁਬਾਰਾ ਦੱਸ ਦਿੰਨੀ ਆ ਕਿ 1 ਤੋਂ ਲੈ ਕੇ 7 ਜੁਲਾਈ ਨੂੰ ਭਾਰਤ ਸਰਕਾਰ ਨੇ ਕ੍ਰੌਪ ਇੰਸ਼ੋਰੈਂਸ ਵੀਕ ਦੇ ਨਾਮ ਦੇ ਨਾਲ ਮਨਾਇਆ। ਸੋ ਇਹ ਵੀਕ ਜਿਹੜੀ ਆ ਸਕੀਮ ਹੈ ਫਸਲ ਬੀਮਾ ਯੋਜਨਾ, ਇਹਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਅਵੇਅਰਨੈਸ ਪੈਦਾ ਕਰਨ ਲਈ ਮਨਾਈ ਕਿ ਜਾ ਕੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਫਸਲਾਂ ਨੂੰ ਇਹ ਸਕੀਮ ਦੇ ਅੰਦਰ ਇੰਸ਼ੋਰ ਕਰਵਾਓ, ਉਹਨਾਂ ਦਾ ਬੀਮਾ ਕਰਵਾਓ। ਸੋ ਦੂਜੀ ਆਉਂਦੀ ਹੈ ਹੈਲਥ ਐਂਡ ਵੈਲਬੀਂਗ, ਪੀਐਮ ਜਨ ਆਰੋਗਿਆ ਯੋਜਨਾ, ਜਲ ਜੀਵਨ ਮਿਸ਼ਨ, ਸਵੱਛ ਭਾਰਤ ਮਿਸ਼ਨ। ਫਿਰ ਆਉਂਦੀ ਹੈ ਇਨਵਾਇਰਨਮੈਂਟ ਨੂੰ ਲੈ ਕੇ ਨੈਸ਼ਨਲ ਗੰਗਾ ਪਲਾਨ। ਫਿਰ ਆਉਂਦੀ ਹੈ ਸਕੀਮ ਫॉर ਫਾਸਟਰ ਅਡੋਪਸ਼ਨ ਐਂਡ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲ, ਕਿ ਇਹੋ ਜਿਹੇ ਵਹੀਕਲ ਜਿਹੜੇ ਕਿ ਪੋਲਿਊਸ਼ਨ ਘੱਟ ਕਰਨ, ਇਨਵਾਇਰਨਮੈਂਟ ਤੇ ਬੁਰਾ ਅਸਰ ਘੱਟ ਪਾਉਣ। ਸੋ ਇਹ ਸਕੀਮ ਦਾ ਨਾਮ ਹੈ ਫੇਮ। ਇਹ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। 100% ਆਉਣ ਦੇ ਚਾਂਸਿਸ ਹੈ ਕਿ ਫੇਮ ਦੀ ਫੁੱਲ ਫਾਰਮ ਕੀ ਹੈ। ਸੋ ਇਹਦੀ ਫੁੱਲ ਫਾਰਮ ਹੈ ਫਾਸਟਰ ਅਡੋਪਸ਼ਨ ਐਂਡ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲ। ਫਿਰ ਆਉਂਦੀ ਹੈ ਫਾਈਨੈਂਸ ਨੂੰ ਲੈ ਕੇ ਮੁਦਰਾ ਯੋਜਨਾ। ਫਿਰ ਆਉਂਦੀ ਹੈ ਲਾਸਟ ਵਿੱਚ ਅਰਬਨ ਨੂੰ ਲੈ ਕੇ, ਸਿਟੀਜ਼ ਵਗੈਰਾ ਨੂੰ ਲੈ ਕੇ ਸਮਾਰਟ ਸਿਟੀ ਸਕੀਮ। ਸੋ ਇਹ ਜਿੰਨੀਆਂ ਸਕੀਮਾਂ ਨੇ ਇਹ ਸਾਰੀਆਂ ਬਜਟ ਚੋਂ ਨਿਕਲੀਆਂ ਨੇ। ਸੋ ਇਹ ਸੀ ਆਪਣਾ ਅੱਜ ਦਾ ਕਰੰਟ ਅਫੇਅਰ ਦਾ ਸੈਸ਼ਨ। ਆਈ ਹੋਪ ਤੁਹਾਨੂੰ ਕਰੰਟ ਅਫੇਅਰ ਇਹ ਸਾਰੇ ਚੰਗੀ ਤਰ੍ਹਾਂ ਸਮਝ ਆਏ ਨੇ। ਐਂਡ ਪਲੀਜ਼ ਸਾਡੇ ਰੇਸ ਅਕੈਡਮੀ ਅਫੀਸ਼ੀਅਲ ਦੇ YouTube ਪਲੇਟਫਾਰਮ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ, ਸ਼ੇਅਰ ਕਰੋ ਤੇ ਆਪਣੇ ਫਰੈਂਡਸ ਦੇ ਨਾਲ, ਫੈਮਿਲੀ ਦੇ ਨਾਲ ਅੱਗੇ ਫਾਰਵਰਡ ਕਰੋ। ਐਂਡ ਸਟੱਡੀ ਵੈਲ, ਗੁੱਡ ਲੱਕ, ਥੈਂਕ ਯੂ।